ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇਸਰੀ ਵਿਰਾਸਤ ਵਿੱਚ ਦਰਸ਼ਕਾਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਇਹ ਜੂਨ ਮਹੀਨਾ ਹੈ 2020 ਦਾ। ਇਹ ਪਹਿਲਾ ਹਫ਼ਤਾ ਹੈ। ਪਹਿਲੇ ਹਫ਼ਤੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਰਗਰਮੀਆਂ ਰਹਿੰਦੀਆਂ ਨੇ। ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ ਉਦੋਂ ਦੀ ਕੇਂਦਰ ਸਰਕਾਰ ਨੇ, ਜਿਹਨੂੰ 1984 ਦੀਆਂ ਹੋਰ ਵੀ ਘਟਨਾਵਾਂ ਨੇ ਬਹੁਤ ਸਾਰੀਆਂ ਇਹਦੇ ਨਾਲ ਹੀ ਜੁੜੀਆਂ ਹੋਈਆਂ ਨੇ ਘਟਨਾਵਾਂ। ਅਤੇ ਇੱਕ ਅਜਿਹਾ ਜ਼ਖਮ ਹੈ ਪੰਜਾਬ ਦੇ ਉੱਤੇ ਜਿਹੜਾ ਸ਼ਾਇਦ ਅੱਜ ਨਸੂਰ ਬਣ ਚੁੱਕਿਆ। ਅਤੇ ਇਹ ਨਸੂਰ ਹਰ ਸਾਲ ਜੂਨ ਮਹੀਨੇ ਦੇ ਵਿੱਚ ਫਿਰ ਇਹਦੇ ਵਿੱਚ ਖਾਜ ਹੁੰਦੀ ਹੈ ਅਤੇ ਫਿਰ ਸਾਨੂੰ ਇਹਦੀ ਪੀੜ ਸਤਾਉਂਦੀ ਹੈ। ਪਰ ਇਹ ਦੌਰ ਲੰਘਣ ਤੋਂ ਬਾਅਦ ਬਹੁਤ ਸਾਰੇ ਸਵਾਲ ਲੋਕ ਮਨਾਂ ਦੇ ਵਿੱਚ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਜਿਹੜੇ ਕਿ 84 ਤੋਂ ਬਾਅਦ ਪੈਦਾ ਹੋਏ ਨੇ, ਉਹਨਾਂ ਲੋਕਾਂ ਦੇ ਮਨਾਂ ਅੰਦਰ ਇਹ ਸਵਾਲ ਛੱਡ ਜਾਂਦੇ ਨੇ ਕਿ ਇਹ ਆਖਰ ਇਹ ਜਿਹੜੀ ਘਟਨਾ ਵਾਪਰੀ ਹੈ ਇਹਦੇ ਅਸਲ ਕਾਰਨ ਕੀ ਨੇ। ਤੋ ਅੱਜ ਇਹ ਸਾਰੀਆਂ ਗੱਲਾਂ ਬਾਤਾਂ ਜਾਣਨ ਵਾਸਤੇ ਕਿ ਇਹਦੇ ਕੀ ਕਾਰਨ ਨੇ, ਕੋਈ ਸਮਾਜਿਕ ਕਾਰਨ ਨੇ ਜਾਂ ਕੋਈ ਸਿਆਸੀ ਕਾਰਨ ਨੇ, ਇਹਦੇ ਪਿੱਛੇ ਕਿਹੜੀ ਚੀਜ਼ ਦੀ ਪ੍ਰਮੁੱਖ ਭੂਮਿਕਾ ਹੈ, ਅਸੀਂ ਉਹ ਬਾਰੇ ਗੱਲਬਾਤ ਕਰਨ ਲਈ ਅਸੀਂ ਆਏ ਹਾਂ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਜੀ ਕੋਲ। ਅਤੇ ਆਓ ਅਰਜੁਨ ਸ਼ਰਮਾ ਜੀ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਅਰਜੁਨ ਸ਼ਰਮਾ ਜੀ, ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਜੀ। ਬਹੁਤ ਸ਼ੁਕਰੀਆ ਚੰਦਰ ਸਾਹਿਬ। ਅੱਛਾ, ਜਿਵੇਂ ਆਪਾਂ ਹੁਣ ਗੱਲ ਕਰ ਰਹੇ ਸੀ ਕਿ ਇੱਕ ਨਾਸੂਰ ਹੈ, ਅਜਿਹਾ ਬਣ ਚੁੱਕਾ, ਅਜਿਹਾ ਜ਼ਖਮ ਹੈ। ਤੁਸੀਂ ਇਹ ਜਿਹੜਾ 84 ਦਾ ਜਿਹੜਾ ਇਹ ਜ਼ਖਮ ਹੈ, ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹਦੇ ਮੈਂ ਜਿਹੜੇ ਸਟਾਰਟ ਪੁਆਇੰਟ ਹੈ ਨਾ ਜੀ, ਸ਼ੁਰੂਆਤੀ ਦੌਰ, ਇਹ ਖਾਸ ਤੌਰ ਤੇ ਬਲੂ ਸਟਾਰ ਦੀ ਮੈਂ ਗੱਲ ਕਰਾਂਗਾ। ਉਹਦੇ ਦੋ ਪੜਾਅ ਅਲੱਗ-ਅਲੱਗ ਹੈ। ਇੱਕ ਪੜਾਅ ਜਿਹੜਾ ਸੀ ਉਹ 1947 ਤੋਂ ਸ਼ੁਰੂ ਹੋ ਕੇ ਉਸ ਤੋਂ ਬਹੁਤ ਲੰਬੇ ਸਮੇਂ ਬਾਅਦ ਤੱਕ ਚੱਲਿਆ, ਔਰ ਦੂਸਰਾ ਪੜਾਅ ਜਿਹੜਾ ਸੀ ਉਹ 1947 ਤੋਂ ਲੈ ਕੇ 28 ਸਾਲ ਬਾਅਦ 1975 ਦੇ ਵਿੱਚ ਪੰਜਾਬ ਨਾਲ ਕਨੈਕਟ ਕਰ ਗਿਆ। ਅੱਛਾ। ਔਰ ਉਸ ਤੋਂ ਬਾਅਦ ਪੰਜਾਬ ਵਾਲੇ ਪਾਸਿਓਂ ਜੀ ਜਿਹੜਾ ਸਫ਼ਰ ਸ਼ੁਰੂ ਹੋਇਆ ਉਹ ਬਲੂ ਸਟਾਰ ਔਰ ਦੂਰ ਤੱਕ ਉਹਦਾ ਅਸਰ ਗਿਆ। ਜੀ, ਪਹਿਲਾ ਅਸਰ ਜਿਹੜਾ ਸੀਗਾ, ਪਹਿਲਾ ਸਫ਼ਰ ਸੀ ਜਿਹੜਾ ਉਹ ਸ਼ੁਰੂ ਹੋਇਆ 47 ਤੋਂ। 47 ਦੇ ਵਿੱਚ ਜਦੋਂ ਦੇਸ਼ ਦਾ ਬਟਵਾਰਾ ਹੋ ਗਿਆ, ਦੇਸ਼ ਆਜ਼ਾਦ ਹੋ ਗਿਆ, ਉਸ ਤੋਂ ਪਹਿਲਾਂ ਅੰਗਰੇਜ਼ ਦੀ ਬਣਾਈ ਹੋਈ ਸ਼ਾਸਨ ਵਿਵਸਥਾ ਜਿਹੜੀ ਸੀ, ਇੱਕ ਤਾਂ ਉਸ ਵਿਵਸਥਾ 'ਚ ਦੋਸ਼ ਇਹ ਸੀ ਕਿ ਉਹ ਅੰਗਰੇਜ਼ ਸਰਕਾਰ ਦੀ ਪੁਸ਼ਤਪਨਾਹੀ ਲਈ, ਅੰਗਰੇਜ਼ ਸਰਕਾਰ ਦੀ ਕਾਇਮੀ ਲਈ ਔਰ ਅੰਗਰੇਜ਼ ਦਾ ਹੁਕਮ ਜਿਹੜਾ ਸੀ ਉਹਨੂੰ ਮੰਨਣ ਵਾਸਤੇ ਹਿੰਦੁਸਤਾਨ ਦੇ ਲੋਕਾਂ ਨੂੰ ਮਜਬੂਰ ਕਰਨ ਲਈ, ਉਹਨਾਂ ਨੂੰ ਉਸ ਬੰਧਨ 'ਚ ਬੰਨ੍ਹ ਕੇ ਰੱਖਣ ਵਾਸਤੇ ਇੱਕ ਵਿਵਸਥਾ ਬਣਾਈ ਗਈ ਸੀ। ਜੀ, ਜਿੰਨੇ ਵੀ ਕਾਨੂੰਨ ਕਾਇਦੇ ਬਣਾਏ ਗਏ, ਪੁਲਿਸ ਡਿਪਾਰਟਮੈਂਟ ਤੋਂ ਲੈ ਕੇ ਇਨਕਮ ਟੈਕਸ, ਅਦਾਲਤਾਂ, ਜੇਲ੍ਹਾਂ, ਜੋ ਵੀ ਬਣਿਆ ਉਹ ਸਾਰਾ। ਲੇਕਿਨ ਅੰਗਰੇਜ਼ ਦੇ ਜਾਣ ਤੋਂ ਬਾਅਦ ਇੱਕ ਤਾਂ ਅਸੀਂ ਉਸ ਸਿਸਟਮ ਨੂੰ ਹਿੰਦੁਸਤਾਨੀ ਧਰਾਤਲ ਦੇ ਹਿਸਾਬ ਦੇ ਨਾਲ ਬਦਲ ਨਹੀਂ ਸਕੇ। ਅਸੀਂ ਸਾਰਾ ਜ਼ੋਰ ਸੰਵਿਧਾਨ ਵਾਲੇ ਪਾਸੇ ਲਗਾਇਆ। ਅਸੀਂ ਕਾਇਦੇ ਕਾਨੂੰਨ ਔਰ ਜਿਹੜਾ ਵਰਕਿੰਗ ਦੇ ਵਿੱਚ ਸੀ ਸਾਰਾ ਪ੍ਰੈਕਟੀਕਲ ਚੀਜ਼, ਉਹਦੇ ਵੱਲ ਕੋਈ ਇੱਕ ਪੈਸਾ ਵੀ ਧਿਆਨ ਨਹੀਂ ਦਿੱਤਾ। ਜੀ, ਔਰ ਦੂਜੀ ਖਤਰਨਾਕ ਗੱਲ ਇਹ ਹੋ ਗਈ ਕਿ ਅੰਗਰੇਜ਼ ਵਾਲਾ ਹੀ ਕਾਨੂੰਨ ਚੱਲਿਆ ਔਰ ਉਹਦੇ ਚੱਲਦੇ ਵੇਲੇ ਇੱਕ ਨਵੀਂ ਹੋਰ ਵਿਕਰਤੀ ਵਿੱਚ ਆ ਗਈ। ਅੰਗਰੇਜ਼ ਦੇ ਟਾਈਮ 'ਤੇ ਤਾਂ ਸਿਰਫ ਵਿਵਸਥਾ ਕੰਮ ਕਰਦੀ ਸੀ, ਸਿਸਟਮ ਕੰਮ ਕਰਦਾ ਸੀ। ਉਸ ਤੋਂ ਬਾਅਦ 47 ਤੋਂ ਬਾਅਦ ਚੂँਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਔਰ ਐਸਾ ਆਮ ਲੋਕ ਵੀ ਮੰਨਦੇ ਸਨ, ਕਰਾਇਆ ਸੀ ਨਹੀਂ ਕਰਾਇਆ ਸੀ, ਕੀ ਯੋਗਦਾਨ ਸੀ, ਇਹ ਵੀ ਬਹੁਤ ਲੰਬਾ ਵਿਸ਼ੇ ਹੈ। ਲੇਕਿਨ ਇਹ ਲੋਕ ਮੰਨਦੇ ਸੀ ਕਿ ਹਾਂਜੀ ਇਹਨਾਂ ਨੇ ਆਜ਼ਾਦੀ ਦਵਾਈ ਹੈ। ਔਰ ਉਸ ਤੋਂ ਬਾਅਦ ਇੱਕ ਨਵੀਂ ਪਿਰਤ ਇਹ ਪੈ ਗਈ ਕਿ ਉਹ ਪੁਰਾਣੀ ਵਿਵਸਥਾ ਚੱਲੀ ਆ ਰਹੀ ਵਿੱਚ ਵੀ ਇੱਕ ਸਿਫਾਰਸ਼ੀ ਸਿਸਟਮ ਸ਼ੁਰੂ ਹੋ ਗਿਆ। ਸਿਫਾਰਸ਼ੀ ਸਿਸਟਮ ਹੁੰਦਾ ਹੋਇਆ ਉਹ ਚਾਹੇ ਬਲਾਕ ਦਾ ਕਾਂਗਰਸ ਦਾ ਪ੍ਰਧਾਨ ਸੀ, ਚਾਹੇ ਜ਼ਿਲ੍ਹੇ ਦਾ ਪ੍ਰਧਾਨ ਸੀ, ਅਤੇ ਚਾਹੇ ਸਟੇਟ ਦਾ ਕੋਈ ਅਹੁਦੇਦਾਰ ਸੀ ਜਾਂ ਕੋਈ ਸੈਂਟਰ ਦਾ ਅਹੁਦੇਦਾਰ ਸੀ। ਜੀ, ਉਹ ਸਿਫਾਰਸ਼ਾਂ ਤੋਂ ਲੈ ਕੇ ਸੁਝਾਵਾਂ ਤੋਂ ਗੱਲ ਲੈ ਕੇ ਸ਼ੁਰੂ ਹੋਈ, ਔਰ ਹੌਲੀ ਹੌਲੀ ਇਹ ਇੱਕ ਸਾਡੇ ਸਿਸਟਮ ਦਾ ਹਿੱਸਾ ਬਣ ਗਿਆ ਕਿ ਜਿਹੜੀ ਪੋਲੀਟੀਕਲ ਪਾਵਰ ਹੈ ਉਹ ਸੱਤਾ 'ਚ ਦਖਲ ਦੇਵੇਗੀ। ਥਾਣੇ 'ਤੇ ਕਹੇਗੀ ਕਿ ਇਹਨੂੰ ਛੱਡ ਦਿਓ, ਉਹਨੂੰ ਫੜ ਲਓ। ਉਹ ਕੋਈ ਕੋਟੇ ਲੈਣੇ ਹੈ, ਕੋਈ ਫੈਸਿਲਿਟੀ ਲੈਣੀ ਹੈ, ਕੋਈ ਕਿਸੇ ਨੇ ਦਾਖਲਾ ਲੈਣਾ ਹੈ, ਕਿਸੇ ਨੇ ਨੌਕਰੀ ਲੈਣੀ ਹੈ, ਤਾਂ ਉਹਦੇ ਵਿੱਚ ਉਹ ਸਿਫਾਰਸ਼ਾਂ ਔਰ ਉਸ ਤੋਂ ਬਾਅਦ ਉਹ ਧੌਂਸਬਾਜ਼ੀਆਂ ਜਿਹੜੀਆਂ ਸੀ ਉਹ ਸ਼ੁਰੂ ਹੋ ਗਈਆਂ। ਕਿਉਂਕਿ 1975 ਤੱਕ ਕਾਂਗਰਸ ਦਾ ਹੀ ਸ਼ਾਸਨ ਰਿਹਾ, ਕੋਈ ਹੋਰ ਪਾਰਟੀ ਦਾ ਸ਼ਾਸਨ ਨਹੀਂ ਸੀ। ਅਤੇ ਇਹਨਾਂ 28 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਸਟਰਕਚਰ ਸੀ ਸਾਰਾ ਦਾ ਸਾਰਾ, ਉਹ ਇਸ ਘਮੰਡ ਨਾਲ ਭਰ ਗਿਆ ਕਿ ਜੋ ਅਸੀਂ ਕਰਾਂਗੇ ਉਹੀ ਠੀਕ ਹੈ, ਕਿਉਂਕਿ ਅਸੀਂ ਸੱਤਾ 'ਚ, ਸਾਨੂੰ ਤਾਂ ਅੱਜ ਤੱਕ ਕੋਈ ਹਿਲਾ ਨਹੀਂ ਸਕਿਆ, ਔਰ ਜੋ ਅਸੀਂ ਕਰਦੇ ਉਹ ਠੀਕ ਹੈ। ਜੋ ਦੂਜੇ ਹੈ
ਉਹ ਕੋਈ ਠੀਕ ਨਹੀਂ, ਜੋ ਅਸੀਂ ਹਾਂ ਉਹ ਠੀਕ ਹੈ। ਜੀ ਇਹ ਵਜ੍ਹਾ ਰਹੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੀ, ਇੰਦਰਾ ਗਾਂਧੀ ਉਹਦੀ ਪ੍ਰਧਾਨ ਮੰਤਰੀ ਸੀ, ਔਰ 1975 ਦੇ ਵਿੱਚ ਉਹਨਾਂ ਦੇ ਖਿਲਾਫ ਇਲਾਹਾਬਾਦ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਜਿਹਦੇ ਵਿੱਚ ਉਹਨਾਂ ਦਾ ਚੁਣਾਵ ਰੱਦ ਕਰ ਦਿੱਤਾ ਗਿਆ ਸੀ। ਉਹਨੂੰ ਬਿਲਕੁਲ ਹੀ ਉਹਨਾਂ ਨੇ ਇਹ ਮੰਨਦੇ ਹੋਏ ਕਿ ਇਹ ਕੌਣ ਹੁੰਦੇ ਨੇ ਸਾਨੂੰ ਸੱਤਾ ਤੋਂ ਬਾਹਰ ਕਰਨ ਵਾਲੇ, ਐਮਰਜੈਂਸੀ ਲਗਾ ਦਿੱਤੀ ਗਈ। ਐਮਰਜੈਂਸੀ ਐਸਾ ਦੌਰ ਸੀ ਜਿਹੜਾ 75 'ਚ ਸ਼ੁਰੂ ਹੋਇਆ ਔਰ 77 ਤੱਕ ਰਿਹਾ। 77 ਤੱਕ ਐਮਰਜੈਂਸੀ ਦੇ ਦੌਰ ਦਾ ਵੀ ਇੱਕ ਆਪਣਾ ਹੀ ਇਤਿਹਾਸ ਲੱਗ ਗਿਆ। ਬੜਾ ਕੁਛ ਹੋਇਆ, ਜ਼ੁਲਮ ਵੀ ਬਹੁਤ ਹੋਏ, ਮਨਮਾਨੀਆਂ ਵੀ ਬਹੁਤ ਹੋਈਆਂ, ਤਾਕਤ ਦਾ ਬਹੁਤ ਗੰਦਾ ਔਰ ਗਲਤ ਔਰ ਭਿਅੰਕਰ ਕਿਸਮ ਦਾ ਇਸਤੇਮਾਲ ਵੀ ਹੋਇਆ। ਮੀਡੀਆ ਦੇ ਉੱਪਰ ਪ੍ਰੈਸ਼ਰ ਸੀ, ਬਹੁਤ ਕੁਛ ਸੀ। ਲੇਕਿਨ 77 ਆਉਂਦੇ ਜਦੋਂ ਇਹਨਾਂ ਨੂੰ ਕਾਂਗਰਸ ਪਾਰਟੀ ਨੂੰ ਇਲੈਕਸ਼ਨ ਕਰਾਉਣ ਵਾਸਤੇ ਮਜਬੂਰ ਹੋਣਾ ਪਿਆ, ਉਸ ਤੋਂ ਪਹਿਲਾਂ ਇੱਕ ਘਟਨਾ ਐਸੀ ਘਟੀ ਜਿਹਦੇ ਰਸਤੇ ਬਲੂਸਾਰ ਵਾਲੇ ਪਾਸੇ ਤੁਰ ਕੇ ਗਏ। ਉਹ ਘਟਨਾ ਸੀ ਕਿ ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਝੰਡਾ ਚੁੱਕਿਆ ਗਿਆ ਸੀ। ਉਹ ਐਸਾ ਦੌਰ ਸੀ ਜਿਸ 'ਚ ਦੇਸ਼ ਦੇ ਅੱਧੇ ਵੱਡੇ ਲੀਡਰ ਅੰਡਰਗਰਾਊਂਡ ਹੋ ਗਏ ਸੀ, ਪੇਚ ਬਦਲ ਕੇ ਕਿਤੇ ਕੋਈ ਕਿਤੇ ਸੀ ਤੇ ਕੋਈ ਕਿਤੇ ਸੀ। ਉਸ ਟਾਈਮ 'ਤੇ ਅਕਾਲੀਆਂ ਨੇ ਵਿਰੋਧ ਕੀਤਾ ਔਰ ਉਹ ਮੂਵਮੈਂਟ ਜਿਹੜੀ ਸੀ ਉਹ ਇੰਨਾ ਜ਼ੋਰ ਪਕੜੀ ਕਿ ਪੂਰੇ ਦੇਸ਼ ਦੇ ਵਿੱਚ ਉਹ ਮੂਵਮੈਂਟ ਜਿਹੜੀ ਸੀ ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਰੂਪ ਲੈ ਗਈ ਔਰ ਇੱਕ ਸਮੁੰਦਰ ਦਾ ਰੂਪ ਬਣ ਗਈ। ਉਹਦਾ परिणाम ਇਹ ਨਿਕਲਿਆ ਕਿ ਇਹਨਾਂ ਨੂੰ ਘਬਰਾ ਕੇ 77 'ਚ ਇਲੈਕਸ਼ਨ ਕਰਾਉਣੇ ਪਏ ਔਰ ਇਲੈਕਸ਼ਨ ਤੋਂ ਬਾਅਦ ਇਹਨਾਂ ਦੀ ਸਰਕਾਰ ਦਾ ਸੁਪੜਾ ਸਾਫ਼ ਹੋ ਗਿਆ। ਔਰ ਪਹਿਲੀ ਵਾਰ 30 ਸਾਲ ਦੇ ਬਾਅਦ, ਦੇਸ਼ ਦੀ ਆਜ਼ਾਦੀ ਦੇ 30 ਸਾਲ ਬਾਅਦ 77 ਦੇ ਵਿੱਚ ਉਹ ਜਾ ਕੇ ਜਨਤਾ ਪਾਰਟੀ ਦੀ ਸਰਕਾਰ ਬਣੀ। ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਪੰਜਾਬ ਦੇ ਵਿੱਚ ਅਕਾਲੀ ਦਲ ਦੀ ਔਰ ਜਨਸੰਘ ਦੀ ਮਿਲੀ ਜੁਲੀ ਸਰਕਾਰ ਬਣ ਗਈ, ਜਨਤਾ ਪਾਰਟੀ ਦੀ ਮਿਲੀ ਜੁਲੀ ਸਰਕਾਰ ਬਣ ਗਈ। ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ। ਉਸ ਵੇਲੇ ਕਾਂਗਰਸ ਪਾਰਟੀ ਦਾ ਟੌਪ ਕਲਾਸ ਜਿਹੜਾ ਸੀ ਉਹ ਵਿਹਲੇ ਸੀ, ਕੇਸ ਭੁਗਤ ਰਹੇ ਸੀ, ਵਕੀਲਾਂ ਨੂੰ ਮਿਲ ਰਹੇ ਸੀ ਜਾਂ ਘਰ ਵਿਹਲੇ ਬੈਠੇ ਸੀ। ਔਰ ਉਸ ਵੇਲੇ ਦੀ ਜਿਹੜੀ ਸ਼ੀਰਸ਼ ਪਾਰਟੀ ਦੇ ਸ਼ੀਰਸ਼ ਲੋਕ ਸੀ, ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਅਸੀਂ ਕੁਛ ਨਾ ਕੁਛ ਕਰਕੇ ਵਾਪਸ ਤੇ ਸੱਤਾ 'ਚ ਅਸੀਂ ਆ ਹੀ ਜਾਵਾਂਗੇ, ਕਿਉਂਕਿ ਜਨਤਾ ਪਾਰਟੀ ਆਪਣੇ ਭਾਰ ਨਾਲ ਹੀ ਡਿੱਗਣ ਨੂੰ ਫਿਰਦੀ ਸੀ। ਲੇਕਿਨ ਅਸੀਂ ਅਕਾਲੀਆਂ ਦਾ ਕੋਈ ਨਾ ਕੋਈ ਇਲਾਜ ਕਰੀਏ, ਕਿਉਂਕਿ ਇਹਨਾਂ ਨੇ ਬੜਾ ਦੁਖੀ ਕੀਤਾ। ਇਹਨਾਂ ਦੀ ਵਜ੍ਹਾ ਨਾਲ ਸਾਰੇ ਦੇਸ਼ ਦੇ ਵਿੱਚ ਸਾਡਾ ਬੇੜਾ ਗਰਕ ਹੋ ਗਿਆ। ਮਤਲਬ 75 ਦੀ ਐਮਰਜੈਂਸੀ ਦੇ ਖਿਲਾਫ ਜਿਹੜਾ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤਾ ਸੀ, ਉਹਦੀ ਕਿਤੇ ਨਾ ਕਿਤੇ ਮਨ 'ਚ ਕਿਹੜਾ ਆ ਗਈ ਕਿ ਇਹ ਲੋਕ ਕਾਰਨ ਬਣੇ, ਜੇ ਇਹ ਨਾ ਸ਼ੁਰੂ ਕਰਦੇ ਤਾਂ ਪੂਰੇ ਦੇਸ਼ ਵਿੱਚ ਕੁਛ ਨਹੀਂ ਸੀ ਹੋਣਾ, ਹੈ ਨਾ। ਉਸ ਤੋਂ ਬਾਅਦ ਬਹੁਤ ਕੋਸ਼ਿਸ਼ਾਂ ਹੋਈਆਂ। ਗਿਆਨੀ ਜੈਲ ਸਿੰਘ ਜਿਹੜੇ ਸੀ ਉਹ ਪੰਜਾਬ ਤੋਂ ਬਿਲੋਂਗ ਕਰਦੇ ਸੀ। ਸੰਜੇ ਗਾਂਧੀ ਉਸ ਵੇਲੇ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ 'ਚ ਬਿਜ਼ੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਦਲ ਦਾ ਤਾਕਤ ਨੂੰ ਕਮਜ਼ੋਰ ਕੀਤਾ ਜਾਏ। ਉਹ ਚਾਹੁੰਦੇ ਸੀ ਕਿ ਅਕਾਲੀ ਦਲ 'ਚ ਝਗੜਾ ਕਰਾਇਆ ਜਾਏ। ਲੇਕਿਨ ਉਸ ਵੇਲੇ 3 ਮੇਨ ਪਿਲਰ ਸੀ, ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਜਗਦੇਵ ਸਿੰਘ ਤਲਵੰਡੀ। ਇਹ ਤ੍ਰਿਮੂਰਤੀ ਕਹੀ ਜਾਂਦੀ ਸੀ। ਇਸ ਤ੍ਰਿਮੂਰਤੀ ਨੂੰ ਸੰਜੇ ਗਾਂਧੀ ਤੋੜਨਾ ਚਾਹੁੰਦੇ ਸੀ, ਲੇਕਿਨ ਜਿਹੜੇ ਕਿ ਗਿਆਨੀ ਜੈਲ ਸਿੰਘ ਸੀ ਉਹ ਕਾਂਗਰਸ ਦੇ ਔਰ ਪੰਜਾਬ ਦੇ ਬਹੁਤ ਜ਼ਿਆਦਾ ਭੇਤੀ ਸੀ। ਸੰਜੇ ਨਾਲੋਂ ਬਹੁਤ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਸੀ। ਉਹ ਜਾਣਦੇ ਸੀ ਕਿ ਤ੍ਰਿਮੂਰਤੀ ਹੈਗੀ ਹੈ ਅਤੇ ਉਹ ਹਾਲੇ ਵੀ ਪਾਵਰ 'ਚ ਵੰਡੇ ਹੋਏ ਆ 3 ਹਿੱਸਿਆਂ ਨਾਲ। ਜੇ ਤ੍ਰਿਮੂਰਤੀ ਕੱਲ ਕਰੈਕਟ ਕਰਾਂਗੇ ਤਾਂ 2 ਇੱਕ ਪਾਸੇ ਆਉਣਗੇ, ਇੱਕ ਪਾਸੇ ਆ ਜਾਏਗਾ। ਇਹੀ ਡਿਵੀਜ਼ਨ ਹੋਏਗੀ ਨਾ। ਉਸ ਡਿਵੀਜ਼ਨ ਦਾ ਇਹ ਨਤੀਜਾ ਨਿਕਲੇਗਾ ਕਿ ਜਿੱਥੇ ਅੱਜ ਇੱਕ ਬੰਦਾ 33% ਪਾਵਰ ਲੈ ਕੇ ਬੈਠਾ ਹੋਇਆ, ਉੱਥੇ 2 ਬੰਦੇ 50% ਪਾਵਰ ਵਾਲੇ ਆ ਜਾਣਗੇ। ਉਹ ਤਾਂ ਹੋਰ ਜ਼ਿਆਦਾ ਮਜ਼ਬੂਤ ਹੋ ਜਾਣਗੇ, ਫੈਸਲੇ ਲੈਣ 'ਚ ਹੋਰ ਜ਼ਿਆਦਾ ਸક્ષਮ ਹੋ ਜਾਣਗੇ। ਇਸ ਕਰਕੇ ਉਹ ਰਸਤਾ ਨਾ ਅਪਣਾਉਂਦੇ ਹੋਏ ਉਹਨਾਂ ਦੀ ਤਾਕਤ ਨੂੰ ਛੋਟਾ ਕਰਨ ਵਾਸਤੇ ਇੱਕ ਲਕੀਰ ਵੱਡੀ ਕੀਤੀ ਗਈ ਜੀ। ਬਸ ਉਹ ਲਕੀਰ ਜਿਹੜੀ ਸੀ ਉਹ ਅੱਗੇ ਜਾ ਕੇ ਬਹੁਤ ਵੱਡਾ ਰੂਪ ਲੈ ਗਈ। ਆਪਾਂ ਗੱਲ ਕਰਾਂਗੇ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੀ। ਤੁਹਾਡਾ ਇਸ਼ਾਰਾ ਕਿਤੇ ਉਹਨਾਂ ਵੱਲ ਤਾਂ ਨਹੀਂ ਹੈ, ਉਸ ਲਕੀਰ ਵੱਲ। ਔਰ ਇਹਦੇ 'ਚ ਤਾਂ ਸਾਡਾ ਤਾਂ ਇਹ ਮੰਨਿਆ ਜਾਂਦਾ ਜੀ, ਸਿੱਖ ਪੰਥ ਅਸੀਂ ਇਹ ਮੰਨਦੇ ਹਾਂ ਕਿ ਉਹ ਸੰਤ ਮਹਾਂਪੁਰਖ ਸੀ। ਉਹਨਾਂ ਦੇ ਪਿੱਛੇ ਕੋਈ ਕਿਸੇ ਦੀ ਉਹਨਾਂ ਦੀ ਕੋਈ ਸਿਆਸੀ ਮਨਸ਼ਾ ਨਹੀਂ ਸੀ ਸੰਤ ਭਿੰਡਰਾਂਵਾਲਿਆਂ ਦੀ। ਉਹ ਨਿਰੋਲ ਸੰਤ ਸੀਗੇ ਔਰ ਸਿੱਖੀ ਦੇ ਫਲਸਫੇ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ, ਉਹਦੇ ਪ੍ਰਤੀ ਚਿੰਤਤ ਸੀਗੇ। ਤੁਸੀਂ ਉਹਨੂੰ ਕਿਸ ਢੰਗ ਨਾਲ ਉਹਨਾਂ ਨੂੰ ਜਿਹੜੇ ਆ ਉਹ ਸਿਆਸੀ ਲੀਕ ਦੇ ਨਾਲ ਕਿਸ ਤਰ੍ਹਾਂ ਜੋੜਦੇ ਆ? ਸਿਆਸੀ ਲੋਕ ਜਿਹੜੇ ਹੈ ਉਹ ਜਦੋਂ ਆਪਣਾ ਖੇਲ ਖੇਲਣ 'ਤੇ ਆਉਂਦੇ ਹੈ ਉਹ ਦੱਸ ਕੇ ਨਹੀਂ ਖੇਲਦੇ ਹੁੰਦੇ, ਔਰ ਜਿਹਦੇ ਕੋਲ ਉਹਨਾਂ ਨੇ ਖਿਲਾਉਣਾ ਹੋਵੇ ਉਹਨੂੰ ਵੀ ਨਹੀਂ ਪਤਾ ਲੱਗਣ ਦਿੰਦੇ ਵੀ ਤੇਰੇ ਕੋਲੋਂ ਕੋਈ ਖੇਲ ਖਿਲਾ ਲਿਆ ਸੀ। ਜੀ। ਉਹ ਅਸਲ 'ਚ ਜਦੋਂ ਘਟਨਾਵਾਂ ਘਟਦੀਆਂ ਨਾ, ਉਹ ਘਟਨਾਵਾਂ ਦੇ ਵਿੱਚੋਂ ਹੀ ਉਹ ਸਿਆਸੀ ਲੋਕ ਉਹਦਾ ਰਾਹ ਲੱਭਦੇ ਆਪਣਾ ਜਿਹੜਾ ਸੜਕ ਹੈ ਨਾ ਉਹਦਾ ਨਿਰਮਾਣ ਆਪ ਹੀ ਕਰ ਲੈਂਦੇ।
1978 ਵਿੱਚ ਜਿਹੜਾ ਨਿਰੰਕਾਰੀ ਕਾਂਡ ਹੋਇਆ, ਉਸ ਕਾਂਡ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਵੱਡੀ ਆਵਾਜ਼ ਦੇ ਤੌਰ 'ਤੇ ਸਾਹਮਣੇ ਆਇਆ, ਬਸ ਨਜ਼ਰ ਆ ਗਏ। ਫਿਰ ਜੋ ਸੰਤ ਭਿੰਡਰਾਂਵਾਲਿਆਂ ਦੀ ਸੋਚ ਸੀ, ਸਿਰਫ ਉਹਨਾਂ ਦੀ ਸੋਚ ਨੂੰ ਪ੍ਰਮੋਟ ਕਰਨ ਵਾਸਤੇ ਮੈਂ ਇੱਕ ਮਾਹੌਲ ਤਿਆਰ ਕੀਤਾ ਜਾਣ ਲੱਗਿਆ। ਉਹਦੇ 'ਚ ਕਈ ਨਵੇਂ ਤਰ੍ਹਾਂ ਦੇ ਲੋਕ ਆਪਣੇ ਆਪ ਆ ਕੇ ਸੇਵਾਵਾਂ ਦੇਣ ਲੱਗੇ। ਨਵੇਂ ਲੋਕ ਕਈ ਜੁੜ ਕੇ ਐਸੇ ਤਰੀਕੇ ਨਾਲ ਕੰਮ ਕਰਨ ਲੱਗੇ ਕਿ ਇਹ ਲੱਗ ਰਿਹਾ ਸੀਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਵੱਡੀ ਪੋਲੀਟੀਕਲ ਪਾਵਰ ਬਣ ਗਏ। ਔਰ ਉਸ ਵੇਲੇ ਜਿਹੜੇ ਮੋਰਚੇ ਲੱਗੇ, ਜਿਹੜੇ ਧਰਮਯੁੱਧ ਮੋਰਚਾ ਲੱਗਾ, ਦੂਜਾ ਮੋਰਚਾ ਲੱਗਾ, ਕਪੂਰੀ ਨਹਿਰ ਵਾਲਾ ਮੋਰਚਾ ਵੀ ਉਹਨਾਂ ਦਿਨਾਂ 'ਚ ਲੱਗਿਆ। ਉਹ ਸਾਰੇ ਮੋਰਚੇ ਜਿਹੜੇ ਸੀਗੇ ਉਹ ਆਪਣੇ ਆਪ ਹੀ ਕਈਆਂ ਦੀ ਭੂਮਿਕਾ ਔਰ ਕਈਆਂ ਦੇ ਰਸਤੇ ਬਣਾਉਂਦੇ ਗਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਡੇ 1 ਤੋਂ ਆਖਿਰ ਤੱਕ ਸਿਆਸੀ ਵਿਅਕਤੀ ਨਹੀਂ ਸੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਗੁਰੂ ਨਾਨਕ ਦੇ ਫਲਸਫੇ ਨੂੰ ਮੰਨਦੇ ਸੀ, ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਵਾ, ਜਿਹੜਾ ਸਿੱਖੀ ਦਾ ਫਲਸਫਾ ਵਾ, ਉਹ ਪੂਰੇ ਹਿੰਦੁਸਤਾਨ ਦਾ ਫਲਸਫਾ ਵਾ ਔਰ ਉਹ ਬੁਨਿਆਦ ਹੈ। ਔਰ ਉਹ ਉਹਨਾਂ ਚੀਜ਼ਾਂ ਨੂੰ ਪੁਨਰ ਜੀਵਿਤ ਕੀਤਾ ਗੁਰੂ ਨਾਨਕ ਸਾਹਿਬ ਨੇ ਆ ਕੇ, ਜਿਹੜੀਆਂ ਸਾਡੇ ਸਮਾਜ ਵਿੱਚ ਸੀਗੀਆਂ ਪਰ ਲੋਪ ਹੋ ਗਈਆਂ ਸੀ। ਉਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਜਿਹੜੀਆਂ ਸਮਾਜ ਦੇ ਵਿੱਚ ਸਮੇਂ ਨਾਲ ਆਪਣਾ ਕੱਦ ਵਧਾ ਕੇ ਸਮਾਜ ਨੂੰ ਦੂਸ਼ਿਤ ਕਰ ਰਹੀਆਂ ਸੀ, ਉਹਨਾਂ ਨੇ ਵਿਰੋਧ ਕੀਤਾ ਸੀ। ਉਸ ਫਲਸਫੇ ਦਾ ਅਗਲਾ ਚੱਲਦਾ ਆ ਰਿਹਾ ਸੀ ਸਿੱਖੀ ਦਾ ਸਿਲਸਿਲਾ, ਉਹਦੇ 'ਤੇ ਤਾਂ ਕਿਸੇ ਨੂੰ ਕੋਈ ਕਿੰਤੂ ਹੀ ਨਹੀਂ ਹੋ ਸਕਦਾ। ਉਹਦੇ 'ਤੇ ਅਸੀਂ ਖੁਦ ਇਸ ਗੱਲ ਨੂੰ ਮੰਨਦੇ ਹਾਂ ਕਿ ਅਸੀਂ ਗੁਰੂਆਂ ਦੇ ਨਾਂ 'ਤੇ ਵਸਦੇ ਹਾਂ, ਉਹਨਾਂ ਦੇ ਨਾਂ 'ਤੇ ਬੈਠੇ ਹਾਂ, ਠੀਕ ਹੈ ਜੀ। ਉਹ ਨਾਨ ਪੋਲੀਟੀਕਲ ਬੰਦੇ ਸੀ, ਉਹ ਧਾਰਮਿਕ ਵਿਅਕਤੀ ਸੀ, ਲੇਕਿਨ ਉਹਨਾਂ ਦੀ ਸੋਚ ਵਿੱਚ ਜਿਹੜੀ ਗਰਮੀ ਦੇਖੀ ਗਈ, ਉਸ ਚੀਜ਼ ਨੂੰ ਕਾਂਗਰਸ ਪਾਰਟੀ ਨੂੰ ਚੀਜ਼ ਸੂਟ ਕਰਦੀ ਸੀ। ਤੁਸੀਂ ਇਹ ਕਹਿ ਰਹੇ ਸੀ ਕਿ ਜਿਹੜੇ ਸੰਤ ਭਿੰਡਰਾਂਵਾਲੇ ਦੀ ਸ਼ਖਸੀਅਤ ਸੀ, ਉਹ ਬੇਸ਼ੱਕ ਉਹ ਨਿਰੋਲ ਧਾਰਮਿਕ ਸੀ, ਪੰਥਕ ਸ਼ਖਸੀਅਤ ਸੀਗੇ, ਪਰ ਇਸ ਦੇ ਬਾਵਜੂਦ ਜਿਹੜੇ ਸਿਆਸੀ ਲੋਕ ਸੀ ਪਿੱਛੇ, ਸਿਆਸੀ ਪਿੰਡ ਦੀਆਂ ਗੋਟੀਆਂ ਸੀ ਪਿੱਛੇ ਸਕਰੀਨ ਦੇ, ਉਹ ਵਿਛਾਈਆਂ ਜਾ ਰਹੀਆਂ ਸੀ ਤਾਂ ਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ, ਜਿਹੜੀ ਉਹ ਮਕਬੂਲੀਅਤ ਹਾਸਲ ਕਰ ਰਹੇ ਆ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੈਸ਼ ਕੀਤਾ ਜਾਵੇ ਔਰ ਆਪਣੇ ਜਿਹੜੇ ਸਿਆਸੀ ਵਿਰੋਧੀ ਆ ਉਹਨਾਂ ਨੂੰ ਡਾਊਨ ਕਰਨ ਵਾਸਤੇ ਉਹਨਾਂ ਦਾ ਸਹਿਯੋਗ ਲਿਆ ਜਾਵੇ। ਤੁਹਾਨੂੰ ਇਸ ਗੱਲ ਕੋਈ ਸ਼ੱਕ ਹੈ? ਅੰਨਾ ਹਜ਼ਾਰੇ ਦਾ ਐਗਜ਼ਾਮਪਲ ਦੇ ਦੇਣਾ ਮੈਂ। ਅੰਨਾ ਹਜ਼ਾਰੇ ਦੀ ਇੱਕ ਆਵਾਜ਼ ਤੇ ਪੂਰਾ ਮੀਡੀਆ, ਪੂਰਾ ਸਮਾਜ ਖੜ ਗਿਆ ਸੀ। ਅੱਜ ਅੰਨਾ ਕਿੱਥੇ ਹੈ? ਸਰਕਾਰਾਂ ਬਦਲ ਗਈਆਂ, ਤਾਕਤਾਂ ਬਦਲ ਗਈਆਂ, ਅੱਜ ਅੰਨਾ ਕਿੱਥੇ ਹੈ? ਸਿਆਸੀ ਲੋਕ ਜਿਹੜੀਆਂ ਪਰਸਨੈਲਿਟੀਜ਼ ਨੇ, ਉਹਨਾਂ ਨੂੰ ਕੈਸ਼ ਕਰਨ ਵਾਸਤੇ ਆਪ ਹੀ ਮਾਹੌਲ ਸਿਰਜ ਦਿੰਦੀਆਂ ਨੇ, ਆਸ-ਪਾਸ ਦਾ ਆਪ ਹੀ ਇਹੋ ਜਿਹਾ ਵਾਤਾਵਰਨ ਕ੍ਰੀਏਟ ਕਰ ਦਿੰਦੀਆਂ ਕਿ ਲੋਕਾਂ ਨੂੰ ਲੱਗਦਾ ਕਿ ਉਹ ਬੰਦਾ ਤਾਕਤਵਰ ਹੈ, ਜਦਕਿ ਉਹ ਤਾਕਤ ਦਿਖਾਈ ਦੇ ਰਹੀ ਹੁੰਦੀ ਹੈ, ਅਸਲ ਦੇ ਵਿੱਚ ਸੱਤਾ ਆਪਣਾ ਖੇਲ ਖੇਲ ਰਹੀ ਹੁੰਦੀ ਹੈ। ਜੀ। ਅਤੇ ਹੁਣ ਆਪਾਂ ਆਉਂਦੇ ਹਾਂ ਜੀ ਉਸੇ ਇਹ ਗੱਲ ਤੁਸੀਂ ਆਪਾਂ ਪਹੁੰਚ ਗਏ 78 ਤੇ ਜੀ। ਜਦੋਂ 78 ਦੇ ਵਿੱਚ ਨਿਰੰਕਾਰੀ ਕਾਂਡ ਅੰਮ੍ਰਿਤਸਰ ਦਾ ਵਾਪਰ ਜਾਂਦਾ, ਉਸ ਤੋਂ ਬਾਅਦ ਹਾਲਾਤ ਜਿਹੜੇ ਆ, ਕਿਉਂਕਿ ਸਭ ਉਹਨੂੰ ਅਸੀਂ ਮੇਨ ਪਿੰਡ ਮੰਨਦੇ ਹਾਂ ਕਿ ਉੱਥੋਂ ਅਸਲੀ ਸ਼ੁਰੂਆਤ ਜਿਹੜੀ ਹੁੰਦੀ ਹੈ। ਤੁਸੀਂ 75 ਦੀ ਐਮਰਜੈਂਸੀ ਨਾਲ ਸੰਬੰਧਿਤ ਦੱਸਿਆ, ਉੱਥੋਂ ਨਿਕਲਦੇ ਆ 78 ਆ ਗਿਆ। ਹੁਣ 78 ਦੇ ਵਿੱਚ ਜਿਹੜਾ ਨਿਰੰਕਾਰੀ ਕਾਂਡ ਵਾਪਰਦਾ, ਉਹਨੂੰ ਕਿਸ ਤਰੀਕੇ ਨਾਲ ਵਰਤਿਆ ਗਿਆ? ਉਹ ਦੇਖੋ 75 ਦੇ ਵਿੱਚ ਜਿਹੜੀ ਅਕਾਲੀਆਂ ਨੇ ਵਿਰੋਧ ਕੀਤਾ ਸੀ, ਉਹ ਇੱਕ ਕਾਰਨ ਬਣ ਗਿਆ। 78 ਦੀ ਜਿਹੜੀ ਕਾਂਡ ਸੀ, ਉਹ ਇੱਕ ਬਹਾਨਾ ਮਿਲ ਗਿਆ। ਜੀ। ਇੱਕ ਖੇਡਣ ਵਾਸਤੇ ਗਰਾਊਂਡ ਮਿਲ ਗਈ ਨਾ, ਹੁਣ ਉਹ ਆਪਣਾ ਮੈਚ ਖੇਡ ਸਕਦੇ ਸੀ। ਉਸ ਤੋਂ ਬਾਅਦ ਜਿਹੜਾ ਸਿਲਸਿਲਾ ਇਹ ਹੋਇਆ ਕਿ 80 ਤੱਕ ਆਉਂਦੇ ਉਹੀ ਹੋਇਆ ਜੋ ਖਦਸ਼ਾ ਸੀ। ਜਨਤਾ ਪਾਰਟੀ ਦੀ ਸਰਕਾਰ ਆਪਣੇ ਭਾਰ ਨਾਲ ਹੀ ਗਿਰ ਗਈ। ਦੁਬਾਰਾ ਇਲੈਕਸ਼ਨ ਹੋਏ, ਪੰਜਾਬ 'ਚ ਵੀ ਕਾਂਗਰਸ ਦੀ ਸਰਕਾਰ ਆ ਗਈ ਔਰ ਦਿੱਲੀ 'ਚ ਵੀ ਕਾਂਗਰਸ ਦੀ ਸਰਕਾਰ ਆ ਗਈ। ਹੁਣ ਉਹਨਾਂ ਸਰਕਾਰਾਂ ਦਾ ਹੁਣ ਏਜੰਡਾ ਜਿਹੜਾ ਸੀ ਕਿ ਜੋ ਅਸੀਂ 75 'ਚ ਸ਼ੁਰੂ ਕੀਤਾ ਸੀ ਔਰ ਜੋ ਵਿਰੋਧ ਕਰਕੇ ਇਹਨਾਂ ਨੇ ਸਾਨੂੰ ਦੌੜਾਇਆ ਸੀ, ਅੱਜ ਹੁਣ ਸਾਡੀ ਵਾਰੀ ਹੈ। ਅੱਜ ਹੁਣ ਇਹਨਾਂ ਨੂੰ ਨਹੀਂ ਅਸੀਂ ਟਿਕਣ ਦੇਣਾ। ਉਹ ਅਕਾਲੀ ਦਲ ਨਾਲ ਕਿਹੜ ਕੱਢਣ ਵਾਸਤੇ ਜਿਹੜੇ ਅਨੰਦਪੁਰ ਸਮਝੌਤੇ ਦੇ ਮੰਗਾਂ ਸੀ, ਉਹਨਾਂ ਦੇ ਮਾਮਲੇ 'ਤੇ ਸੈਂਟਰ ਗੌਰਮੈਂਟ ਨੇ ਪੂਰੀ ਡੈਲੀਬਰੇਟਲੀ, ਕਿਉਂਕਿ ਆਦਤ ਪੈ ਚੁੱਕੀ ਸੀ ਆਪਣਾ ਹੇਂ ਪਕਾਉਣ ਦੀ ਕਿ ਅਸੀਂ ਆਪਣੀ ਪਕਾਉਣੀ ਹੈ। ਦੂਜੀ ਸੱਤਾ 'ਚ ਦਖਲ ਕਦਮ 'ਤੇ ਹੋ ਚੁੱਕਾ ਸੀ ਔਰ ਆਦਤ ਪੈ ਚੁੱਕੀ ਸੀ ਬਹੁਤ ਲੰਬੀ। ਸੋ ਚਾਹੇ ਸਿਸਟਮ ਸੀ, ਚਾਹੇ ਵਿਵਸਥਾ ਸੀ, ਚਾਹੇ ਅਫਸਰਸ਼ਾਹੀ ਸੀ, ਸਰਕਾਰ ਸੀ, ਕਾਰਜਪਾਲਿਕਾ ਸੀ, ਕੋਈ ਸੀ, ਉਹਨਾਂ ਦਾ ਇੱਕੋ ਹੀ ਏਜੰਡਾ ਰੱਖ ਦਿੱਤਾ ਗਿਆ ਕਿ ਤੁਸੀਂ ਜੋ ਮਰਜ਼ੀ ਕਰੋ, ਦਿਖਾਵੇ ਵਾਸਤੇ ਮੀਟਿੰਗਾਂ ਵੀ ਕਰੋ, ਦਿੱਲੀ ਬੁਲਾ ਕੇ ਪਾਰਟੀਆਂ ਵੀ ਕਰੋ, ਤੁਸੀਂ ਪ੍ਰੈਸ ਵਿੱਚ ਬਿਆਨ ਵੀ ਜਾਰੀ ਕਰੋ, ਤੁਸੀਂ ਸਾਰੇ ਡਰਾਮੇ ਕਰਨੇ ਆ ਪਰ ਕੰਮ ਨਹੀਂ ਕਰਨਾ। ਅਕਾਲੀਆਂ ਨੂੰ ਇੰਨਾ ਬਦਨਾਮ ਕਰ ਦਿਓ, ਇੰਨਾ ਬਦਨਾਮ ਕਰ ਦਿਓ ਕਿ ਇਹ ਦੁਬਾਰਾ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਾ ਰਹੇ। ਲੇਕਿਨ ਉਹਦਾ ਜਿਹੜਾ ਡਰਾਬੈਕ ਹੈ, ਦੇਖੋ ਕਿਸੇ ਵੀ ਸਿਆਸੀ ਪਾਰਟੀ ਨੂੰ
ਅਗਰ ਤੁਸੀਂ ਇਸ ਤਰੀਕੇ ਨਾਲ ਡਾਊਨਫਾਲ ਕਰ ਦਿਓਗੇ ਤੇ ਉਹਦਾ ਜਿਹੜਾ ਉਹਦਾ ਵਜੂਦ ਹੈ, ਉਹਦੀ ਤਾਕਤ ਹੈ, ਉਹ ਤਾਕਤ ਵਿਅਕਤੀਆਂ 'ਚ ਨਹੀਂ ਹੁੰਦੀ ਜੀ, ਉਹ ਤਾਕਤ ਵਾਤਾਵਰਣ 'ਚ ਹੁੰਦੀ ਹੈ। ਉਹ ਤਾਕਤ ਕਿਸੇ ਹੋਰ ਪਾਸੇ ਜਾ ਕੇ ਰੂਪ ਲੈ ਕੇ ਕਿਸੇ ਹੋਰ ਨੂੰ ਤਾਕਤ ਬਣਾ ਦਿੰਦੀ ਹੈ ਜੀ। ਇਸ ਖਿੱਚਤਾਨ ਦਾ ਨਤੀਜਾ ਇਹ ਹੋਇਆ ਕਿ ਅਕਾਲੀ ਦਲ ਵਿੱਚ ਔਰ ਭਿੰਡਰਾਂ ਵਾਲਿਆਂ ਦੇ ਵਿੱਚ ਆਪਸ ਦੇ ਵਿੱਚ ਵਿਚਾਰਿਕ ਮਤਭੇਦ ਹੋ ਗਏ। ਭਿੰਡਰਾਂ ਵਾਲਿਆਂ ਨੂੰ ਲੱਗਦਾ ਸੀਗਾ ਕਿ ਇੰਦਰਾ ਗਾਂਧੀ ਇਹਨਾਂ ਨੂੰ ਮੂਰਖ ਬਣਾ ਰਹੀ ਹੈ, ਉਹਨੇ ਦੇਣਾ ਕੁਛ ਨਹੀਂ। ਅਕਾਲੀਆਂ ਨੂੰ ਲੱਗਦਾ ਸੀਗਾ ਕਿ ਭਿੰਡਰਾਂ ਵਾਲੇ ਬੋਲ ਕੇ ਭਾਸ਼ਣ ਦੇ ਕੇ ਲੋਕਾਂ 'ਤੇ ਪ੍ਰਭਾਵਸ਼ਾਲੀ ਹੁੰਦੇ ਜਾ ਰਹੇ ਆ, ਪ੍ਰਭਾਵ ਇਹਨਾਂ ਦਾ ਵੱਧਦਾ ਜਾ ਰਿਹਾ, ਤੇ ਇਹਨਾਂ ਨੇ ਤਾਂ ਸਾਡਾ ਆਸਨ ਹਿਲਾ ਦੇਣਾ। ਉਹਦੇ ਲਈ ਉਹ ਜ਼ਰੂਰੀ ਚੀਜ਼ ਸਮਝਦੇ ਸੀਗੇ ਕਿ ਅਸੀਂ ਜਾਈਏ, ਸਾਡੇ ਨਾਲ ਕੇਂਦਰ ਗੱਲ ਕਰੇ, ਕੇਂਦਰ ਸਾਡੇ ਨਾਲ ਸਮਝੌਤਾ ਕਰੇ, 4-6 ਮੰਗਾਂ 10 ਮੰਗਾਂ ਮੰਨੇ, ਅਸੀਂ ਪੈਕੇਜ ਲਿਆਈਏ ਔਰ ਪੰਜਾਬ ਦੇ ਲੋਕਾਂ ਨੂੰ ਦਿਖਾ ਕੇ ਦੱਸੀਏ ਕਿ ਲਓ ਜੀ ਦੇਖੋ ਅਸੀਂ ਤੁਹਾਡੇ ਸਿਆਸੀ ਨੁਮਾਇੰਦੇ ਆ, ਅਸੀਂ ਇਹ ਲੈ ਕੇ ਆਏ ਹਾਂ। ਜਦੋਂ ਮੈਂ ਕਿਹਾ ਸੰਤ ਭਿੰਡਰਾਂ ਵਾਲਿਆਂ ਦਾ ਜਿਹੜਾ ਲਾਈਨ ਸਿੱਧੀ ਸੀਗੀ ਕਿ ਨਹੀਂ ਅਸੀਂ ਜੋ ਗੱਲ ਕਹਿਤੀ, ਜਿਵੇਂ ਤੁਸੀਂ ਕਹਿੰਦੇ ਵੀ ਅਸੀਂ ਇੰਨਾ ਪੂਰਾ ਹੀ ਲੈਣਾ, ਅਸੀਂ ਇਹਦੇ ਤੋਂ ਥੋੜ੍ਹਾ ਜਿਹਾ ਵੀ ਘੱਟ ਕਬੂਲ ਨਹੀਂ ਕਰਨਾ, ਤੇ ਉਹ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਉਹਨਾਂ ਦੇ ਗਲੇ ਦੀ ਹੱਡੀ ਬਣ ਜਾਂਦਾ ਸੀ। ਉਹਨਾਂ ਵਾਸਤੇ ਨਾ ਦੇਖੋ ਗੱਲ ਇਹ ਹੈ ਨਾ, ਪਿੱਛੇ ਪਾਸੇ ਬੈਕਅਪ ਸੰਤ ਭਿੰਡਰਾਂ ਵਾਲੇ ਇਹ ਕਹਿ ਰਹੇ ਆ ਕਿ ਭਾਈਆਂ ਦੇ ਮੰਗਾਂ 'ਚੋਂ ਇੱਕ ਵੀ ਘੱਟ ਮੈਂ ਨਹੀਂ ਮੰਨਦਾ, ਔਰ ਦੂਜੇ ਪਾਸੇ ਜਦੋਂ ਉਹ ਗੱਲ ਕਰਦੇ ਸੀ ਤੇ ਉਹ ਵਿੱਚੋਂ 13 ਮੰਗਾਂ ਨੂੰ ਟੈਕਨੀਕਲੀ ਇੱਦਾਂ ਦਾ ਦੱਸ ਦਿੰਦੇ ਸੀ ਜਿਹੜੀਆਂ ਪੋਸੀਬਲ ਹੀ ਨਹੀਂ ਪੂਰੀਆਂ ਹੋਣ ਵਾਲੀਆਂ। ਮਸਲਨ ਉਸ ਵੇਲੇ ਦੀ ਗੱਲਬਾਤ ਦੇ ਦੌਰਾਨ ਕੀ ਨਿਕਲਿਆ ਕਿ ਮੰਗ ਕੀਤੀ ਗਈ ਸੀ ਕਿ ਕੇਂਦਰ ਸਰਕਾਰ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਘੋਸ਼ਿਤ ਕਰੇ, ਜਿੱਦਾਂ ਕਿ ਹਰਿਦੁਆਰ ਨੂੰ ਕੀਤਾ ਗਿਆ। ਉਹ ਟੈਕਨੀਕਲ ਪੁਆਇੰਟ ਇਹ ਲੱਭ ਕੇ ਲਿਆ ਕਿ ਇਹ ਕੇਂਦਰ ਦਾ ਕੰਮ ਹੀ ਨਹੀਂ ਹੈ, ਇਹ ਤਾਂ ਹਰਿਦੁਆਰ ਦੀ ਮਿਊਨਿਸਪੈਲਿਟੀ ਨੇ ਕੀਤਾ ਹੋਇਆ। ਅੱਛਾ ਜੀ, ਇਹ ਮਤਲਬ ਤਾਂ ਮਿਊਨਿਸਪੈਲਿਟੀ ਦੇ ਲੈਵਲ ਦਾ ਵਾ, ਕੇਂਦਰ ਸਰਕਾਰ ਦਾ ਤਾਂ ਮਸਲਾ ਹੀ ਨਹੀਂ ਹੈਗਾ। ਫਿਰ ਕਿਹਾ ਗਿਆ ਕਿ ਜੀ ਟ੍ਰੇਨ ਦਾ ਨਾਂ ਜਿਹੜਾ ਵਾ ਉਹ ਗੋਲਡਨ ਟੈਂਪਲ ਐਕਸਪ੍ਰੈਸ ਰੱਖਿਆ ਜਾਏ। ਇੱਕ ਅਫਸਰ ਨੇ ਆ ਕੇ ਕਿਹਾ ਦੇਖੋ ਜੀ ਸੁਝਾਅ ਤੁਹਾਡਾ ਬਹੁਤ ਅੱਛਾ, ਅਸੀਂ ਰੱਖਣਾ ਚਾਹੁੰਦੇ ਹਾਂ, ਪਰ ਤੁਸੀਂ ਦੱਸੋ ਕਿ ਗੋਲਡਨ ਟੈਂਪਲ ਇੱਕ ਬਹੁਤ ਪਵਿੱਤਰ ਜਗ੍ਹਾ ਹੈ, ਉਹਦੇ ਨਾਂ 'ਤੇ ਅਗਰ ਟ੍ਰੇਨ ਦਾ ਨਾਮ ਰੱਖਾਂਗੇ, ਉਹ ਟ੍ਰੇਨ 'ਚ ਲੋਕ ਬੀੜੀਆਂ ਸਿਗਰਟਾਂ ਪੀਣਗੇ ਤੇ ਬੇਅਦਬੀ ਕਿਹਦੀ ਹੋਏਗੀ? ਧਾਰਮਿਕ ਸਥਾਨ ਦੇ ਨਾਮ ਦੀ ਬੇਅਦਬੀ ਹੋਏਗੀ। ਤਰਕ ਤੇ ਠੀਕ ਲੱਗ ਰਿਹਾ ਸੀ ਉਹਨਾਂ ਦਾ। ਫਿਰ ਟ੍ਰੇਨ ਉਹ ਜਿਹੜੀ ਹੈ ਲੇਟ ਰਹਿੰਦੀ ਹੈ, ਫਲਾਈਂਗ ਮੇਲ, ਉਹਦਾ ਨਾਮ ਬਦਲਣ ਲਈ ਕਿਹਾ ਗਿਆ ਸੀ ਵੀ ਉਹ ਟ੍ਰੇਨ ਨੂੰ ਲੇਟ ਨੂੰ ਗਾਲਾਂ ਕੱਢਣਗੇ ਜਿਹੜੇ, ਉਹ ਤਾਂ ਗੁਰੂ ਸਾਹਿਬ ਦੇ ਸਥਾਨ ਨੂੰ ਗਾਲਾਂ ਕੱਢ ਦੇਣਗੇ ਕਿਉਂਕਿ ਨਾਮ ਤੁਸੀਂ ਉਹ ਰੱਖਦੇ ਹੋਵੇ। ਇਹ ਠੀਕ ਨਹੀਂ ਹੈ। ਅਸਲ 'ਚ ਅਕਾਲੀ ਦਲ ਦੇ ਵਿੱਚ ਸਿਆਸੀ ਲੋਕ ਜ਼ਿਆਦਾ ਸੀ, ਵਕੀਲ ਘੱਟ ਸੀ। ਉਹ ਇਹਨਾਂ ਚੀਜ਼ਾਂ ਦੇ ਉਹ ਕਨਫਿਊਜ਼ ਹੋ ਗਏ। ਠੀਕ ਹੈ ਜੀ। ਦੂਜੇ ਪਾਸੇ ਸਰਕਾਰ ਜਿਹੜੀ ਕੇਂਦਰ ਦੀ ਸੀ ਉਹ ਕਹਿੰਦੀ ਸੀ ਪੱਲੇ ਨਹੀਂ ਪਾਉਣਾ, ਗੱਲਾਂ ਹੀ ਦੇਣੀਆਂ, ਪੱਲੇ ਕੁਛ ਨਹੀਂ ਪਾਉਣਾ। ਉਹਦਾ ਇਹ ਨਤੀਜਾ ਉਹਦਾ ਆਪਣਾ ਬਦਲਾ ਅਕਾਲੀ ਦਲ ਤੋਂ ਲੈ ਰਹੇ ਸੀ। ਮਤਲਬ ਵੱਖ-ਵੱਖ ਤਰ੍ਹਾਂ ਦੀ ਇੱਕ ਹਉਮ ਹੈ ਜਿਹੜੀ ਹੈ ਉਹ ਫਿਰ ਆ ਕੇ ਫਸ ਗਈ, ਆੜੇ ਆ ਗਈ, ਤੇ ਇਹ ਜਿਹੜਾ ਮਾਮਲਾ ਲੰਬਾ ਹੁੰਦਾ ਗਿਆ। ਦੇਖੋ 5 ਜੂਨ ਦੇ ਪਹਿਲੇ ਹਫਤੇ ਵਿੱਚ ਅਗਰ ਬਲੂ ਸਟਾਰ ਹੋਇਆ ਤੇ 27 ਮਈ ਤੱਕ ਤੇ ਗੱਲਬਾਤ ਚੱਲਦੀ ਰਹੀ ਹੈ ਜੀ। ਤੁਸੀਂ ਦੇਖੋ ਕਿ 27 ਮਈ ਤੱਕ ਜੇ ਗੱਲਬਾਤ ਚੱਲਦੀ ਰਹੀ ਹੈ ਤੇ 3 ਦਿਨਾਂ ਵਿੱਚ ਸਾਰੇ ਇੰਤਜ਼ਾਮ ਥੋੜ੍ਹੇ ਹੋ ਗਏ। ਤਕਨੀਕੀ ਤੌਰ ਤੇ ਭਾਰਤ ਸਰਕਾਰ ਨੂੰ ਐਡਾ ਵੱਡਾ ਐਕਸ਼ਨ ਲੈਣ ਲਈ ਬ੍ਰਿਟੇਨ ਦੇ ਕੋਲੋਂ ਇੱਕ ਤਕਨੀਕੀ ਤੌਰ ਤੇ ਅਪਰੂਵਲ ਲੈਣੀ ਪੈਂਦੀ ਹੈ, ਰਿਕਮੈਂਡੇਸ਼ਨ ਲੈਣੀ ਪੈਂਦੀ ਹੈ। ਅੱਛਾ, ਇਹਦੇ 'ਚ ਇੱਕ ਚੀਜ਼ ਹੋਰ ਆ ਰਹੀ ਹੈ, ਜਿਵੇਂ ਕਿ ਕੁਝ ਸੋਸ਼ਲ ਮੀਡੀਆ 'ਤੇ ਆਮ ਤੌਰ 'ਤੇ ਚਰਚਾ ਚੱਲਦੀ, ਉਹ ਅਥੈਂਟਿਕ ਹੈ ਕਿ ਨਹੀਂ ਕਹਿ ਨਹੀਂ ਜਾ ਸਕਦਾ, ਕਿ ਜਿਹੜਾ ਅਟੈਕ ਹੋਇਆ 84 ਦਾ ਬਲੂ ਸਟਾਰ ਜਿਹੜਾ ਹਰਿਮੰਦਰ ਸਾਹਿਬ 'ਤੇ ਹੋਇਆ, ਕਹਿੰਦੇ ਜੀ ਉਹ ਸਰਕਾਰ ਨੇ ਤਿਆਰੀ ਪਹਿਲਾਂ ਹੀ ਕੀਤੀ ਹੋਈ ਸੀ, ਔਰ ਜੇ ਨਹੀਂ ਵੀ ਉੱਥੇ ਸੰਤ ਭਿੰਡਰਾਂ ਵਾਲੇ ਉੱਥੇ ਹੁੰਦੇ, ਵੀ ਇੱਕ ਬਹਾਨਾ ਘੜਿਆ ਗਿਆ, ਜੇ ਨਹੀਂ ਵੀ ਹੁੰਦੇ ਤਾਂ ਬਹੁਤ ਸਾਰੇ ਗੁਰਦੁਆਰੇ ਉਹਨਾਂ ਦਾ ਟਾਰਗੇਟ ਸੀ, ਉੱਥੇ ਉਹਨਾਂ ਨੇ ਅਟੈਕ ਕਰ ਦੇਣਾ ਸੀ। ਤੁਸੀਂ ਇਹਨੂੰ ਕਿਵੇਂ ਦੇਖ ਰਹੇ? ਤੁਹਾਡੇ ਗੱਲ ਨਾਲ ਤਾਂ ਨਹੀਂ ਰਲਦੀ ਇਹ ਗੱਲ? ਇਹ ਚੀਜ਼ਾਂ ਦੋਨੇ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਵਿਆਖਿਆ ਠੀਕ ਹੋਣੀ ਮੰਗਦੀ ਹੈ। ਦੋਨਾਂ ਦੀ ਵਿਆਖਿਆ ਅਗਰ ਇੱਕੋ ਜਗ੍ਹਾ 'ਤੇ ਕਰ ਦਾਂਗੇ ਤਾਂ ਠੀਕ ਨਹੀਂ ਰਹੇਗਾ। ਅਸਲ ਦੇ ਵਿੱਚ ਕੀ ਸੀਗਾ ਕਿ ਜਿੱਦ ਔਰ ਕਲਾ ਦਾ ਜਿਹੜਾ ਵਾਤਾਵਰਨ ਸੀ ਉਹ ਤੋਂ ਲੱਗਦਾ ਪਿਆ ਸੀ, ਔਰ ਦੂਜੇ ਪਾਸੇ ਪੰਜਾਬ ਵਿੱਚ ਕਿਲਿੰਗ ਬਹੁਤ ਹੋ ਰਹੀਆਂ ਸੀ। ਸਰਕਾਰ ਤੇ ਉਸ ਗੱਲ ਦਾ ਬੜਾ ਪ੍ਰੈਸ਼ਰ ਸੀ। ਦੂਜੇ ਪਾਸੇ ਹੋਰ ਸਟੇਟਾਂ ਦੇ ਇਲੈਕਸ਼ਨ ਹੋਣ ਵਾਲੇ ਸੀ, ਉਹਨਾਂ ਇਲੈਕਸ਼ਨਸ ਜਿਹੜੇ ਸੀਗੇ ਉਹ ਅਗਰ ਹੁਣ ਦੇਖੋ ਨਾ 84 ਤੱਕ ਪਹੁੰਚ ਗਿਆ ਸੀ ਮਸਲਾ। 1 ਸਾਲ ਬਾਅਦ ਦਿੱਲੀ ਦਾ ਇਲੈਕਸ਼ਨ ਸੀ, 80 ਦਾ ਇਲੈਕਸ਼ਨ ਹੋਇਆ ਸੀਗਾ। ਅਗਰ ਇੱਦਾਂ ਦਾ ਅੱਤਵਾਦ, ਇੱਦਾਂ ਦੀ ਕਿਲਿੰਗ ਜਿਹੜੀਆਂ ਜਾਰੀ ਰਹਿੰਦੀਆਂ ਤਾਂ ਸਰਕਾਰ ਦਾ ਅਕਸ ਕਿੱਥੇ ਜਾਂਦਾ? ਖਤਮ ਹੋ ਜਾਂਦਾ। ਜਿਹੜਾ ਇੰਦਰਾ ਗਾਂਧੀ ਨੂੰ 71 ਦੇ ਵਿੱਚ ਚੰਡੀ ਦਾ ਰੂਪ ਦੱਸਿਆ ਗਿਆ ਜਾਂ ਦੁਰਗਾ ਦਾ ਰੂਪ ਕਿਹਾ ਗਿਆ, ਉਹਦਾ ਅਕਸ ਧੂਲ-ਧੁਲਸਤ ਹੋਇਆ ਸੀ ਕਿ ਇੱਕ ਬੰਦਾ ਬੋਲਦਾ ਪਿਆ, ਉਹ ਸਟੇਟਮੈਂਟ ਵੀ ਦੇਈ ਜਾ ਰਿਹਾ, ਉਹ ਗਾਲਾਂ ਵੀ ਕੱਢੀ ਜਾ ਰਿਹਾ, ਯਾਨੀ ਕਿ ਤੁਹਾਨੂੰ ਚੁਣੌਤੀ ਦੇ ਰਿਹਾ। ਗਾਲ ਤਾਂ ਕੀ ਕੱਢੀ ਨਹੀਂ, ਚੁਣੌਤੀ ਦੇ ਰਿਹਾ ਵਾ, ਬਾਰ-ਬਾਰ ਤੁਹਾਨੂੰ
ਚੈਲੰਜ ਕਰ ਰਿਹਾ, ਤੁਹਾਡੇ ਸਿਸਟਮ ਨੂੰ ਚੈਲੰਜ ਕਰ ਰਿਹਾ, ਔਰ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਔਰ ਕਿਲਿੰਗਸ ਹੋ ਰਹੀਆਂ, ਲੋਕੀ ਮਰਦੇ ਪਏ ਨੇ, ਨਿਰਦੋਸ਼ ਲੋਕੀ ਮਰਦੇ ਪਏ ਨੇ, ਵੱਡੇ ਵੱਡੇ ਵਿਦਵਾਨ ਨਿਸ਼ਾਨੇ ਤੇ ਆ ਰਹੇ ਆ, ਉਹ ਲੋਕ ਨਿਸ਼ਾਨੇ ਤੇ ਆ ਰਹੇ ਜਿਹੜੇ ਵਿਚਾਰਕ ਹੈ। ਤੇ ਬਹੁਤ ਅਜੀਬ ਜਿਹਾ ਪ੍ਰੈਸ਼ਰ ਸੀ ਉਸ ਸੰਬੰਧ ਦੇ ਵਿੱਚ। ਕੀ ਹੈ ਕਿ ਸਰਕਾਰ ਨੇ ਤਿਆਰੀ ਤਾਂ ਰੱਖੀ ਸੀ ਕਿ ਅਗਰ ਐਸਾ ਐਕਸ਼ਨ ਕਰਨਾ ਪਵੇ ਤਾਂ ਕੀਤਾ ਜਾਵੇ, ਪਰ ਜੇ ਉਸ ਵੇਲੇ ਜਰਨੈਲ ਸਿੰਘ ਭਿੰਡਰਾਂਵਾਲੇ ਉਸ ਸਥਾਨ ਨੂੰ ਛੱਡ ਦਿੰਦੇ ਤੇ ਉਸ ਸਥਾਨ ਤੇ ਅਟੈਕ ਕਰਨ ਲਈ ਸਰਕਾਰ ਕੋਲ ਕੋਈ ਬਹਾਨਾ ਨਹੀਂ ਸੀ। ਤੁਸੀਂ ਦੇਖੋ, ਅਗਰ ਉਹ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਸੀ ਹੈਗੇ ਤੇ ਹਰਿਮੰਦਰ ਸਾਹਿਬ ਨੂੰ ਕਿਸੇ ਕਿਸਮ ਦੀ ਬਹੁਤ ਹੀ ਵੱਡੀ ਕੋਈ ਚੋਟ ਨਹੀਂ ਪਹੁੰਚੀ, ਕੋਈ ਬਹੁਤ ਨੁਕਸਾਨ ਨਹੀਂ ਹੋਇਆ। ਤੁਸੀਂ ਸੋਚੋ ਕਿ ਜਿੱਥੇ ਜੰਗ ਲੱਗੀ ਹੋਵੇ, ਜਿੱਥੇ ਟੈਂਕ ਚੱਲ ਰਹੇ ਹੋਣ, ਉਹਦੇ ਬਿਲਕੁਲ ਸੈਂਟਰ ਦੇ ਵਿੱਚ ਪਾਣੀ ਦੇ ਵਿੱਚ ਜਿਹੜਾ ਪਵਿੱਤਰ ਸਥਾਨ ਖੜਾ ਹੈ, ਉਹਨੂੰ ਨੁਕਸਾਨ ਨਹੀਂ ਸੀ ਹੋ ਸਕਦਾ? ਹੋ ਸਕਦਾ ਸੀ। ਹਾਂ ਬਿਲਕੁਲ, ਜਦੋਂ ਕਿ ਉਹ ਘਟਨਾਵਾਂ ਦੇ ਉਹਨਾਂ ਦੇ ਨਾਲ ਦੱਸਦੀਆਂ ਕਿ ਸ਼ਾਇਦ ਇੱਕ ਅੱਧੀ ਜਾਂ ਕੁਝ ਗੋਲੀਆਂ ਜਿਹੜੀਆਂ ਉੱਧਰ ਜ਼ਰੂਰ ਗਈਆਂ, ਉਹ ਇੱਕ ਸੁਭਾਵਿਕ ਵੀ ਹੈ, ਉਹ ਕਿਸੇ ਪਾਸੇ ਵੀ ਚਲਾਈ ਹੋਈ ਗੋਲੀ ਜਿਹੜੀ ਆ ਉਹ ਜਾ ਸਕਦੀ ਹੈ। ਠੀਕ ਹੈ ਨਾ, ਇਹ ਤੁਹਾਡੀ ਗੱਲ। ਜੇ ਹਰਿਮੰਦਰ ਸਾਹਿਬ ਨੂੰ ਵਿੱਚ ਬੈਠੇ ਨੂੰ ਉਸ ਸਥਾਨ ਦੀ ਰੱਖਿਆ ਵਾਸਤੇ ਫੌਜ ਆਪਣੇ ਤੇ ਕੰਟਰੋਲ ਕਰ ਸਕਦੀ ਸੀ, ਤੇ ਫਿਰ ਅਗਰ ਉਹ ਦਰਬਾਰ ਸਾਹਿਬ, ਅਗਰ ਉਹ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਜਾਂਦੇ, ਔਰ ਉਹਨਾਂ ਨੂੰ ਚਾਹੀਦਾ ਸੀ ਕਿ ਬਾਕੀ ਸਭ ਠੀਕ ਹੈ, ਮੈਂ 6ਵੇਂ ਪਾਤਸ਼ਾਹ ਨੇ ਕਦੀ ਅਕਾਲ ਤਖਤ ਤੋਂ ਬੈਠ ਕੇ ਯੁੱਧ ਨਹੀਂ ਕੀਤਾ, ਯੁੱਧ ਲਈ ਉਹਨਾਂ ਨੇ ਜ਼ਮੀਨ ਬਾਹਰ ਤਲਾਸ਼ੀ ਹੈ, ਔਰ ਉਹਨਾਂ ਦੇ ਕਹੇ ਹੋਏ ਸ਼ਬਦ ਹੈ, ਯੁੱਧ ਨਾ ਭਲੋ ਸ਼ੁੱਧ ਸਲਮਾ ਹੀ ਆਵੇ ਤੁਰਕ ਅਦਬ ਰਹੇ ਨਾ। ਅੱਛਾ ਜੀ ਜੀ, ਬਈ ਅਗਰ ਭਲੇ ਸਥਾਨ 'ਚ ਸ਼ੁੱਧ ਸਥਾਨ 'ਚ ਬਹਿ ਕੇ ਯੁੱਧ ਕਰਾਂਗੇ ਤਾਂ ਦੁਸ਼ਮਣ ਆਏਗਾ, ਉਹ ਹਮਲਾ ਕਰੇਗਾ, ਉਸ ਸਥਾਨ ਦੀ ਬੇਅਦਬੀ ਹੋਏਗੀ, ਤੇ ਉਹ ਬੇਅਦਬੀ ਨੂੰ ਬਚਾਉਣ ਵਾਸਤੇ ਤੁਸੀਂ ਉਸ ਸਥਾਨ 'ਤੇ ਯੁੱਧ ਹੀ ਨਾ ਕਰੋ। ਮਤਲਬ ਤੁਹਾਡੇ ਨਜ਼ਰੀਏ ਇਹ ਨਹੀਂ ਕਰ ਸਕਦੇ ਕਿ ਆਪਾਂ ਕਿਸੇ ਇੱਕ ਧਿਰ ਨੂੰ ਹੀ, ਜਾਂ ਕਾਂਗਰਸ ਦੀ ਸ਼੍ਰੀਮਤੀ ਇੰਦਰਾ ਗਾਂਧੀ ਲੈ ਲਓ, ਜਾਂ ਇੱਧਰ ਸੰਤ ਭਿੰਡਰਾਂਵਾਲੇ ਲੈ ਲਓ, ਆਪਾਂ ਤੁਸੀਂ ਕਹਿ ਸਕਦੇ ਕਿਸੇ ਇੱਕ ਹੀ ਧਿਰ ਨੂੰ ਆਪਾਂ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਦੋਨੇ ਜਿੱਤ ਅੜੇ ਹੋਏ ਸੀ ਜੀ, ਇਹ ਦੋਨਾਂ ਦੀ ਜਿੱਤ ਦਾ ਪਰਿਣਾਮ ਹੈ। ਹੁਣ ਆਪਾਂ ਗੱਲ ਚੱਲ ਗਏ ਜੀ ਕਿ ਬਲੂ ਸਟਾਰ ਜਿਹੜਾ ਆਪਰੇਸ਼ਨ ਹੋਣ ਲਈ ਉਹਦੇ ਲਈ ਤਿਆਰੀਆਂ ਜਿਹੜੀਆਂ ਹੋ ਗਈਆਂ, ਪਰ ਇਹਦੇ ਵਿੱਚ ਹੁਣ ਤੱਕ ਘਟਨਾ ਚੱਕਰ ਤੁਸੀਂ ਜਿਹੜਾ ਸਾਡੇ ਨਾਲ ਕਰ ਚੁੱਕੇ ਸਾਂਝਾ, ਉਹ 75 ਦੇ ਐਮਰਜੈਂਸੀ ਦੇ ਜਿਹੜੇ ਕਾਰਨ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਲਈ, ਉਹ ਬਣੇ ਨੇ, ਤੇ ਔਰ 78 ਦਾ ਜਿਹੜਾ ਨਿਰੰਕਾਰੀ ਕਾਂਡ ਹੈ ਉਹ ਬਣਿਆ। ਉਸ ਤੋਂ ਬਾਅਦ ਹਾਲਾਤ ਜਿਹੜੇ ਆ ਬੇਕਾਬੂ ਕਿਵੇਂ ਹੋਏ, ਉਹਦੇ ਲਈ ਪਰਦੇ ਦੇ ਪਿੱਛੇ ਹੋਰ ਕਿਹੜੀ ਸਿਆਸੀ ਖੇਡ ਖੇਡੀ ਗਈ, ਉਹਦੇ ਬਾਰੇ ਥੋੜ੍ਹਾ। 1980 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਤਾਂ ਸੱਤਾ 'ਚ ਆ ਗਈ। ਉਸ ਤੋਂ ਪਹਿਲਾਂ 72 ਤੋਂ 77 ਤੱਕ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦੇ ਜੀ, ਔਰ ਗਿਆਨੀ ਜੈਲ ਸਿੰਘ ਇੱਦਾਂ ਦੇ ਚੀਫ ਮਿਨਿਸਟਰ ਹੋਏ ਹੈ ਜਿਨ੍ਹਾਂ ਨੇ ਅਕਾਲੀ ਦਲ ਦੇ ਮੁੱਦੇ ਜਿਹੜੇ ਸੀ ਉਹ ਇੱਕ ਇੱਕ ਕਰਕੇ 5 ਸਾਲ 'ਚ ਇੱਦਾਂ ਉਹਨਾਂ ਦੇ ਹੱਥੋਂ ਖੋਏ ਸੀ ਕਿ ਅਕਾਲੀ ਵੀ ਦੇਖਦੇ ਰਹਿ ਗਏ ਸੀ ਵੀ ਇਹ ਬੰਦਾ ਕਰਦਾ ਕੀ ਪਿਆ ਵਾ। ਉਹ ਗੁਰਦੁਆਰਿਆਂ 'ਚ ਆਪ ਜਾ ਕੇ ਪ੍ਰਵਚਨ ਕਰਦੇ ਸੀ, ਉਹ ਆਪ ਜਾ ਕੇ ਸ਼ਬਦ ਗਾਇਨ ਵੀ ਕਰਦੇ ਸੀ, ਉਹ ਵਿਧਾਨ ਸਭਾ ਦਾ ਆਗਾਜ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਕਿ ਜਕਾਰਾ ਉਹ ਤੋਂ ਸ਼ੁਰੂ ਹੁੰਦਾ ਸੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਮਾਰਗ ਸੀ ਜਿੱਥੋਂ ਉਹ ਗਏ, ਉਸ ਮਾਰਗ ਦੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਇੱਕ ਬਕਾਇਦਾ ਸੜਕ ਬਣਾਈ, ਇੱਕ ਰੋਡ ਬਣਾਈ, ਔਰ ਉਸ ਟਾਈਮ 'ਤੇ ਉਹ ਕਹਿੰਦੇ ਆ ਕਿ ਗੁਰੂ ਸਾਹਿਬ ਦੇ ਜੀ ਘੋੜੇ ਸੀ ਨੀਲੇ, ਉਸ ਨਸਲ ਦੇ ਘੋੜਿਆਂ ਨੂੰ ਅਗਵਾਈ ਕਰਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਨੇ ਤਾਂ ਅਗਵਾਈ ਕੀਤੀ, ਘੋੜੇ ਵੀ ਉਹਦੇ ਵਿੱਚ ਇੱਕ ਆਕਰਸ਼ਣ ਦਾ ਕੇਂਦਰ ਰੱਖੇ ਗਏ, ਔਰ ਉਹਨਾਂ ਨੂੰ ਬਕਾਇਦਾ ਬਹੁਤ ਮਹੱਤਵ ਦਿੱਤਾ ਗਿਆ, ਔਰ ਸਿੱਖ ਲੋਕਾਂ ਨੇ ਉਹਨਾਂ ਘੋੜਿਆਂ ਦੀਆਂ ਲਿੱਦਾਂ ਤੱਕ ਚੱਕ ਕੇ ਸਾਂਭੀਆਂ ਕਿ ਇਹ ਗੁਰੂ ਸਾਹਿਬ ਦੇ ਘੋੜਿਆਂ ਦੀ ਲਿੱਦ ਹੈ। ਇਸ ਲੈਵਲ ਤੱਕ ਉਹਨਾਂ ਦੇ ਵੰਸ਼ 'ਚੋਂ ਜਿਵੇਂ ਆਪਾਂ ਕਹਿੰਦੇ ਸੀ ਘੋੜੇ ਜੀ। ਸੋ ਸਿੱਖੀ ਦੇ ਜਿਹੜਾ ਸਰੂਪ ਹੈ, ਅਕਾਲੀ ਦਲ ਦੇ ਜਿਹੜੇ ਮੁੱਦੇ ਸੀ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਹੱਥ ਕਰ ਲਿਆ, ਔਰ ਉਹ ਇਸ ਚੀਜ਼ ਐਕਸਪਰਟ ਸੀ। ਪਰ ਜਦੋਂ 80 ਦਾ ਇਲੈਕਸ਼ਨ ਹੋਇਆ, ਉਦੋਂ ਇੰਦਰਾ ਗਾਂਧੀ ਨੇ ਉਹਨਾਂ ਨੂੰ ਹੋਮ ਮਿਨਿਸਟਰ ਬਣਾ ਦਿੱਤਾ। ਔਰ ਇੰਦਰਾ ਗਾਂਧੀ ਦੀ ਇੱਕ ਪਾਲਿਸੀ ਸੀ ਕਿ ਜਿਸ ਵੀ ਸਟੇਟ ਦਾ ਕੋਈ ਵੀ ਵੱਡਾ ਲੀਡਰ ਉਸ ਸੈਂਟਰ 'ਚ ਮਿਨਿਸਟਰ ਬਣਾਉਂਦੀ ਸੀ, ਉਸ ਮੰਤਰੀ ਦਾ ਆਪਣੇ ਸਟੇਟ ਦੇ ਵਿੱਚ ਦਖਲ ਨਾ ਹੋਵੇ, ਜਾਂ ਉਹ ਦਿੱਲੀ ਬੈਠਾ ਆਪਣਾ ਸਟੇਟ ਉੱਥੋਂ ਹੀ ਨਾ ਚਲਾਉਂਦਾ ਰਹੇ, ਉਹਦੇ ਲਈ ਉਹਦੇ ਧੁਰ ਵਿਰੋਧੀ ਨੂੰ ਉਹ ਚੀਫ ਮਿਨਿਸਟਰ ਬਣਾਉਂਦੀ ਸੀ ਜੀ। ਤੇ ਫਿਰ ਕਿਹਨੂੰ ਚੁਣਿਆ? ਫਿਰ ਦਰਬਾਰਾ ਸਿੰਘ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਸੀ ਕਿ ਇਹ ਧਰਮ ਨਿਰਪੇਖਤਾ, ਉਹਨੂੰ ਗਿਆਨੀ ਜੈਲ ਸਿੰਘ ਦਾ ਜਿਹੜਾ ਸਿੱਖ ਕਲਰਜੀ ਨੂੰ ਟੱਚ ਕਰਨ ਵਾਲੇ ਥਾਟ ਸੀ, ਉਹ ਤੋਂ ਅਲੱਗ ਹਟ ਕੇ ਸੋਚਦਾ ਬੰਦਾ ਸੀ। ਇਸ ਕਰਕੇ ਇਹ ਦੋਨਾਂ ਦੀਆਂ ਆਪਸ ਤਲਵਾਰਾਂ ਤਨ ਗਈਆਂ, ਔਰ ਗਿਆਨੀ ਜੈਲ ਸਿੰਘ ਦੀ ਉਸ ਵੇਲੇ ਜਿਹੜੀ ਭੂਮਿਕਾ ਰਹੀ ਉਹ ਇਹ ਰਹੀ ਕਿ ਦਿੱਲੀ ਬੈਠ ਕੇ ਅਗਰ ਉਹ ਪੰਜਾਬ 'ਚ ਸ਼ਾਸਨ ਨਹੀਂ ਕਰ ਸਕਦਾ ਨਾ, ਤੇ ਉਹ ਦਰਬਾਰਾ ਸਿੰਘ ਨੂੰ ਵੀ ਟਿਕਟ ਨਹੀਂ ਦੇਗਾ, ਉਹਨੂੰ ਲਗਾਤਾਰ ਡਿਸਟਰਬ ਕਰੇਗਾ। ਉਹ ਡਿਸਟਰਬ ਕਰਨ ਵਾਸਤੇ ਜਿਸ ਕਿਸਮ ਦਾ ਖੇਲ ਹੋਇਆ,
ਤੁਸੀਂ ਦੇਖੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਤੁਸੀਂ ਕਿਹਾ ਕਿ ਨਿਰੋਲ ਧਾਰਮਿਕ ਵਿਅਕਤੀ ਸੀ। ਬਹੁਤ ਸਾਰੇ ਐਸੇ ਫੈਕਟਸ ਦੱਸਦੇ ਹੈ ਕਿ ਗਿਆਨੀ ਜੈਲ ਸਿੰਘ ਉਹਨਾਂ ਨੂੰ ਕ੍ਰੀਏਟ ਕਰਨ 'ਚ ਮਦਦ ਕਰ ਰਿਹਾ ਸੀ, ਲੇਕਿਨ ਉਹ ਕ੍ਰੀਏਟ ਆਪ ਨਹੀਂ ਸੀ ਹੋ ਰਹੇ, ਨਾ ਹੀ ਉਹ ਸਿੱਧੀ ਕੋਈ ਮਦਦ ਲੈ ਰਹੇ ਸੀ। ਉਹਦਾ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਕਿ ਦਿੱਲੀ ਦੇ ਵਿੱਚ ਇੱਕ ਐਸਾ ਭੋਗ ਸੀਗਾ ਜਿਹਦੇ ਵਿੱਚ ਇਕੱਠੇ ਹੋਏ ਗਿਆਨੀ ਜੈਲ ਸਿੰਘ ਬਤੌਰ ਗ੍ਰਹਿ ਮੰਤਰੀ ਉੱਥੇ ਆਏ, ਔਰ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਉਸ ਸਿੱਖ ਲੀਡਰ ਦੀ ਅੰਤਿਮ ਜਿਹੜੀ ਸਭਾ ਸੀ, ਸੰਤੋਖ ਸਿੰਘ ਸੰਤੋਖ ਸਿੰਘ ਦੀ ਗੱਲ, ਜਥੇਦਾਰ ਸੰਤੋਖ ਸਿੰਘ, ਠੀਕ। ਔਰ ਉੱਥੇ ਉਹਨਾਂ ਨੇ ਇੰਨੀ ਗੱਲ ਗਿਆਨੀ ਜੈਲ ਸਿੰਘ ਦੇ ਮੂੰਹ 'ਤੇ ਕਹੀ, ਇਹ ਔਨ ਰਿਕਾਰਡ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਲੋਕ ਕਿਸੇ ਦੀ ਧੀ ਭੈਣ ਨਾਲ ਛੇੜਖਾਨੀ ਕਰਦੇ ਆ, ਉਹਨਾਂ ਦੇ ਗਲੇ 'ਚ ਛਿੱਤਰ ਦਾ ਹਾਰ ਪਾ ਕੇ ਤੇ ਉਹਦਾ ਮੂੰਹ ਕਾਲਾ ਕਰਕੇ ਖੋਤੇ 'ਤੇ ਬਿਠਾ ਕੇ ਘੁਮਾਇਆ ਜਾਂਦਾ। ਔਰ ਇੱਥੇ ਕੁਝ ਬੈਠੇ ਲੋਕ, ਗਿਆਨੀ ਜੈਲ ਸਿੰਘ ਵੱਲ ਇਸ਼ਾਰਾ ਕਰਕੇ ਕਿਹਾ ਗਿਆ ਕਿ ਇੱਥੇ ਬੈਠੇ ਕੁਝ ਲੋਕਾਂ ਨੇ ਆਪ ਹੀ ਆਪਣਾ ਮੂੰਹ ਕਾਲਾ ਕੀਤਾ ਹੋਇਆ ਵਾ, ਉਹ ਦੱਸਣ ਕਿ ਉਹਨਾਂ ਨੇ ਕੀ ਧੀ ਭੈਣ ਨੂੰ ਛੇੜਿਆ। ਇਹ ਸ਼ਬਦ ਕਹੇ ਗਏ ਸੀ ਜੀ ਜੀ। ਔਰ ਉਹਨਾਂ ਦਾ ਇਸ਼ਾਰਾ ਗਿਆਨੀ ਜੀ ਦੀ ਰੰਗੀ ਹੋਈ ਦਾੜੀ ਵਾਲੇ ਪਾਸੇ ਸੀ। ਇੱਕ ਦੇਸ਼ ਦੇ ਹੋਮ ਮਿਨਿਸਟਰ ਨੂੰ ਐਡੀ ਵੱਡੀ ਗੱਲ ਸਟੇਜ ਦੇ ਉੱਪਰ ਕਹੀ ਗਈ ਹੈ ਔਰ ਉਹ ਤਾਂ ਵੀ ਬੇਸ਼ਰਮਾਂ ਵਾਂਗੂ ਹੱਸ ਕੇ ਚਲਾ ਗਿਆ। ਕਿਉਂ? ਕਿਉਂਕਿ ਉਹ ਚਾਹੁੰਦਾ ਸੀ ਕਿ ਸੰਤ ਜੋ ਮਰਜ਼ੀ ਕਹਿ ਲਵੇ, ਮੈਂ ਉਹਨੂੰ ਵਰਤਣਾ। ਔਰ ਸੰਤ ਆਪਣੇ ਤਰੀਕੇ ਨਾਲ ਚੱਲ ਰਹੇ ਸੀ, ਪਰ ਆਸ-ਪਾਸ ਦਾ ਮਾਹੌਲ ਜਿਹੜਾ ਸੀ ਉਹ ਐਸਾ ਨਹੀਂ ਸੀ ਕਿ ਜਿਹਨੂੰ ਸੰਤ ਜੀ ਪਾਮ ਸਕਦੇ। ਇਹ ਵੀ ਇੱਕ ਬਹੁਤ ਵੱਡਾ ਫੈਕਟਰ ਸੀ। ਔਰ ਉਸ ਟਾਈਮ 'ਤੇ ਪੰਜਾਬ ਦੇ ਵਿੱਚ ਕਿੰਨੀਆਂ ਵੱਡੀਆਂ ਕਿਲਿੰਗਸ ਹੋਈਆਂ, ਈਵਨ ਕਿ ਇੱਕ ਐਡਾ ਵੱਡਾ ਕਾਂਡ ਹੋਇਆ ਜਿਸ 'ਚ ਬੱਸ ਤੋਂ ਲਾ ਕੇ ਬਹੁਤ ਸਾਰੇ ਹਿੰਦੂ ਯਾਤਰੀ ਮਾਰੇ ਗਏ, ਔਰ ਉਸ ਤੋਂ ਬਾਅਦ ਦਰਬਾਰਾ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰਨਾ ਪਿਆ, ਰਾਸ਼ਟਰਪਤੀ ਦਾ ਸ਼ਾਸਨ ਲਾਉਣਾ ਪਿਆ। ਰਾਸ਼ਟਰਪਤੀ ਸ਼ਾਸਨ ਦਾ ਇਹ ਨਤੀਜਾ ਨਿਕਲਿਆ ਕਿ ਸਾਰਾ ਜਿਹੜਾ ਪਾਵਰ ਸੀ ਉਹ ਨਿਕਲ ਕੇ ਸਿਆਸੀ ਹੱਥਾਂ 'ਚ ਨਿਕਲੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ ਚਲੀ ਗਈ। ਅਕਾਲੀਆਂ ਦਾ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਉਹ ਮੋਰਚਾ ਆਪਣੇ ਥਾਂ 'ਤੇ ਕੰਮ ਕਰ ਰਿਹਾ ਸੀ, ਕਾਂਗਰਸ ਪਾਰਟੀ ਆਪਣੇ ਥਾਂ 'ਤੇ ਕੰਮ ਕਰ ਰਹੀ ਸੀ, ਗਿਆਨੀ ਜੀ ਦਿੱਲੀ ਬੈਠੇ ਆਪਣੇ ਤਰੀਕੇ ਨਾਲ ਕੰਮ ਕਰਦੇ ਸੀ। ਲਾਲਾ ਜਗਿੰਦਰ ਕਤਲ ਕੇਸ ਦੇ ਵਿੱਚ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਮਹਿਤਾ ਚੌਕ ਤੋਂ। ਉੱਥੇ ਬਹੁਤ ਵੱਡਾ ਫਸਾਦ ਹੋਇਆ, ਕਿੰਨੇ ਲੋਕ ਪੁਲਿਸ ਵਾਲੇ ਮਾਰੇ ਗਏ, ਜੀਪਾਂ ਉਡਾਈਆਂ ਗਈਆਂ, ਗੋਲੀ ਚੱਲੀ, ਬੰਬ ਚੱਲੇ। ਔਰ ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਨੇ ਸੰਸਦ ਵਿੱਚ ਇਹ ਅਨਾਊਂਸ ਕੀਤਾ ਕਿ ਜੀ ਲਾਲਾ ਜੀ ਦੀ ਹੱਤਿਆ ਦੇ ਮਾਮਲੇ 'ਚ ਭਿੰਡਰਾਂਵਾਲਿਆਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ, ਇਸ ਕਰਕੇ ਉਹਨੂੰ ਰਿਹਾ ਕੀਤਾ ਜਾਵੇ। ਅਤੇ ਉਹ 7 ਦਿਨ ਦੀ ਬਾਅਦ ਜੇਲ੍ਹ ਤੋਂ ਰਿਹਾਈ ਕੀਤੀ ਗਈ। ਉਹ ਐਸਾ ਸੀ, ਉਸ ਰਿਹਾਈ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜਿਹੜੀ ਲੋਕਪ੍ਰਿਯਤਾ ਸੀ ਉਹਦਾ ਗ੍ਰਾਫ ਬਹੁਤ ਉੱਪਰ ਚਲਾ ਗਿਆ। ਇੱਕ ਪਾਸੇ ਇਹੋ ਜਿਹੀਆਂ ਜਿਹੜੀਆਂ ਸਿਆਸੀ ਘਟਨਾ ਚੱਕਰ ਸੀ, ਉਹਦੇ ਨਾਲ ਇੱਕ ਤਾਂ ਸੰਤਾਂ ਦਾ ਗ੍ਰਾਫ ਵੱਧ ਰਿਹਾ ਸੀ ਅੱਗੇ, ਉਹ ਅੱਛਾ ਸੁਭਾਵਿਕ ਤੌਰ 'ਤੇ ਲੱਗਣਾ ਹੀ ਹੈ। ਦੂਜਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਤੁਹਾਡਾ ਇਸ਼ਾਰਾ ਇਹ ਹੈ ਕਿ ਧਾਰਮਿਕ ਸ਼ਖਸੀਅਤ ਹੋਣ ਕਾਰਨ, ਕਿਉਂਕਿ ਉਹ ਸਿਆਸੀ ਪਿੰਡ ਤੋਂ ਨਹੀਂ ਸੀ, ਨਾ ਉਹ ਸਿਆਸਤਦਾਨ ਸੀਗੇ, ਇਸ ਕਰਕੇ ਉਹ ਜਿਹੜੀ ਉਹਦੇ ਪਿੱਛੇ ਸਿਆਸੀ ਜਿਹੜੀ ਇਹ ਘਟਨਾ ਚੱਕਰ ਸੀ, ਜੇ ਉਹਨੂੰ ਸਮਝਦੇ ਵੀ ਸੀ ਸ਼ਾਇਦ ਪੂਰੀ ਤਰੀਕੇ ਨਾਲ ਨਹੀਂ ਸੀ ਸਮਝਦੇ, ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਉਹਦਾ ਸਿਆਸੀ ਖੇਮੇ ਨੇ ਉਹ ਆਪੋ ਆਪਣਾ ਲਾਹਾ ਵਿੱਚ ਲੈਂਦੇ ਗਏ। ਫਿਰ ਆਸ-ਪਾਸ ਐਸੇ ਲੋਕ ਜੁਟ ਗਏ, ਸਾਰੇ ਲੋਕ ਜਿਹੜੇ ਸੀ ਉੱਥੇ ਸੰਤ ਦੇ ਆਲੇ ਦੁਆਲੇ, ਉਹ ਸਾਰੇ ਲੋਕ ਧਾਰਮਿਕ ਨਹੀਂ ਸੀ ਹੈਗੇ। ਸੰਤ ਧਾਰਮਿਕ ਸੀ ਲੇਕਿਨ ਸਾਰੇ ਧਾਰਮਿਕ ਨਹੀਂ ਸੀ ਹੈਗੇ। ਕਈ ਚੋਰ ਲੁਟੇਰੇ ਆ ਗਏ, ਕਈ ਬਾਰਡਰ ਦੇ ਬਦਮਾਸ਼ ਸੀਗੇ, ਕਈ ਲੋਕ ਐਸੇ ਸੀਗੇ 10 ਨੰਬਰੀਏ ਸੀਗੇ, ਠੀਕ ਹੈ ਨਾ। ਕਈ ਐਸੇ ਉੱਥੇ ਇਹਨਾਂ ਦੇ ਆਸ-ਪਾਸ ਲੋਕ ਸੀਗੇ ਜਿਹੜੇ ਜੋ ਇਹਨਾਂ ਦੇ ਨਾਂ 'ਤੇ ਕੰਮ ਕਰਦੇ ਸੀ ਔਰ ਆਪਣਾ ਕੰਮ ਕਰੀ ਜਾ ਰਹੇ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਾਰੇ ਬਹੁਤ ਕੁਝ ਨੈਗੇਟਿਵ ਵੀ ਆਇਆ, ਬਹੁਤ ਕੁਝ ਪੋਜ਼ੀਟਿਵ ਵੀ ਆਇਆ। ਉਹ ਇੱਕ ਬਤੌਰ ਅੱਛੇ ਇਨਸਾਨ ਦੇ ਤੌਰ 'ਤੇ ਉਹਨਾਂ ਨੇ ਜਦੋਂ ਅੱਛਾ ਕੁਝ ਕੀਤਾ ਤਾਂ ਉਹ ਅੱਛੀ ਚੀਜ਼ ਵੀ ਪਿਕਚਰ ਸਾਹਮਣੇ ਆਈ ਹੈ। ਲੇਕਿਨ ਹੋਇਆ ਸਿਰਫ ਇਹ ਕਿ ਕਿਉਂਕਿ ਕਾਂਗਰਸ ਪਾਰਟੀ ਅਕਾਲੀਆਂ ਨੂੰ ਬਦਨਾਮ ਕਰਨਾ ਚਾਹੁੰਦੀ ਸੀ, ਇਸ ਕਰਕੇ ਸਿੱਖ ਅਕਸ ਜਿਹੜਾ ਸੀਗਾ ਉਹਦੀ ਭੰਡੀ ਪ੍ਰਚਾਰ ਜਿਹੜੀ ਸੀ ਉਹ ਪੂਰੀ ਹਿੰਦੁਸਤਾਨ 'ਚ ਹੋਈ। ਔਰ ਉਹਦਾ ਇਹ ਨੈਗੇਟਿਵ ਇੰਪੈਕਟ ਹੋਇਆ ਕਿ ਇੰਦਰਾ ਗਾਂਧੀ ਦੇ ਮਜਬੂਰੀ ਬਣ ਗਈ ਵੀ ਜੇ ਕੁਛ ਨਾ ਕੀਤਾ ਤਾਂ ਦੇਸ਼ 'ਚ ਵੋਟਾਂ ਨਹੀਂ ਪੈਣੀਆਂ। ਇਹਦੇ ਪਿੱਛੇ ਵੀ ਇੱਕ ਸਿਆਸਤ, ਵੋਟ ਦੀ ਸਿਆਸਤ ਸੀ ਜੀ। ਹਾਂ, ਜੇ ਜਰਨੈਲ ਸਿੰਘ ਭਿੰਡਰਾਂਵਾਲੇ ਉਸ ਟਾਈਮ ਉਹ ਗੜੀ ਛੱਡ ਕੇ ਬਾਹਰ ਆ ਜਾਂਦੇ, ਠੀਕ ਹੈ ਜੀ, ਤਾਂ ਫਿਰ ਉਸ ਸਥਾਨ 'ਤੇ ਅਟੈਕ ਕਰਨ ਦਾ ਸਰਕਾਰ ਕੋਲ ਨਾ ਕੋਈ ਬਹਾਨਾ ਸੀ, ਨਾ ਕੋਈ ਲੌਜਿਕ ਸੀ, ਨਾ ਕੋਈ ਕਾਰਨ ਸੀ, ਨਾ ਉਹਨੇ ਕਰ ਸਕਣਾ ਸੀ। ਇਹ ਮੌਕਾ ਜਿਹੜਾ ਸੀ ਇਹ ਸੰਤ ਦੀ ਜਿੱਦ ਨੇ ਦਿੱਤਾ। ਲੱਗਦਾ ਕਿਤੇ ਨਾ ਕਿਤੇ ਉਹ ਮੌਕਾ ਖੁੰਝ ਗਿਆ ਜੀ। ਠੀਕ ਹੈ। ਜਸਵੰਤ ਸਿੰਘ ਕੰਵਲ ਬਹੁਤ ਵੱਡੇ ਰਾਈਟਰ ਹੋਏ ਹੈ, ਸਿੱਖ ਪਕਸ਼ੀਏ ਰਾਈਟਰ ਹੈ। ਉਹਨਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਮੈਂ 4 ਦਿਨ ਪਹਿਲਾਂ ਜਾ ਕੇ ਕਿਹਾ ਕਿ ਸੰਤ ਜੀ ਸੈਨਾ ਨਾਲ ਨਹੀਂ ਲੜਿਆ ਜਾ ਸਕਦਾ, ਦੇਸ਼ ਦੀ ਸੈਨਾ ਬਹੁਤ ਵੱਡੀ ਹੈ, ਤੁਸੀਂ ਬਹੁਤ ਵੱਡਾ ਝਗੜਾ ਮੁੱਲ ਲੈ ਲਿਆ, ਲੇਕਿਨ ਹੁਣ ਤੁਸੀਂ ਇੱਦਾਂ ਕਰੋ, ਤੁਸੀਂ ਬਾਹਰ ਆ ਜਾਓ,
ਤੁਸੀਂ ਉਹਨਾਂ ਨਾਲ ਗੱਲ ਕਰ ਲਓ ਆ ਕੇ, ਮਸਲਾ ਸ਼ਾਇਦ ਹੱਲ ਹੋ ਜਾਏ। ਪਰ ਸੰਗਤ ਕਹਿੰਦੇ ਕਿ ਅਸੀਂ ਜੀ ਅਰਦਾਸ ਕਰਦੀ ਹੋਈ ਹੈ, ਹੁਣ ਨਹੀਂ ਬਸ ਪਿੱਛੇ ਹਟਣਾ। ਜਿਹੜੀ ਇਹ ਜਿੱਦ ਸੀ ਬਾਹਰ ਨਾ ਆਉਣ ਦੀ, ਉਹਦੇ ਕਰਕੇ ਬਹੁਤ ਵੱਡਾ ਸਿਆਪਾ ਪਿਆ। ਔਰ ਸ਼ਾਇਦ ਜਰਨੈਲ ਸਿੰਘ ਭਿੰਡਰਾਂਵਾਲੇ ਇਸ ਗੱਲ ਨੂੰ ਜਾਣਦੇ ਸੀ ਕਿ ਅਗਰ ਮੈਂ ਇੱਥੇ ਰਿਹਾ ਔਰ ਅੰਦਰ ਉਹਨਾਂ ਕੋਲ ਹਥਿਆਰ ਵੀ ਤਾਂ ਸੀ, ਉਹ ਇਹ ਤਾਂ ਨਹੀਂ ਸੀ ਕਿ ਬਿਲਕੁਲ ਮਾਸੂਮ ਸੀ। ਹਥਿਆਰ ਕਿੱਥੋਂ ਸੀ? ਜੇ ਮੁਕਾਬਲਾ ਕੀਤਾ ਤਾਂ ਹਥਿਆਰ ਅੰਦਰ ਪਹੁੰਚੇ। ਹਥਿਆਰ ਅੰਦਰ ਕਿਸ ਮਕਸਦ ਨਾਲ ਪਹੁੰਚੇ, ਕਿੰਨੇ ਪਹੁੰਚਾਏ? ਹਾਂ, ਇਹ ਵੀ ਇੱਕ ਵੱਡਾ ਸਵਾਲ ਜੇ ਖੜਾ ਕੀਤਾ ਜਾਂਦਾ ਕਿ ਜੇ ਹਥਿਆਰ ਉੱਥੇ ਕਿਵੇਂ ਪਹੁੰਚ ਗਏ। ਸਰਕਾਰ ਦੀ ਨਿਗਰਾਨੀ 'ਚ, ਸਰਕਾਰ ਦੀ ਇੰਨੀ ਸਿਕਿਉਰਿਟੀ ਲੱਗੀ ਹੈ, ਇੰਨਾ ਇੰਟੈਲੀਜੈਂਸ ਆ, ਉਹਦੇ ਬਾਵਜੂਦ ਉੱਥੇ ਐਡਾ ਵੱਡਾ ਜ਼ਖੀਰਾ ਜਿਹੜਾ ਜਮ੍ਹਾਂ ਹੋ ਜਾਣਾ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਬਲ ਮਿਲਦਾ ਕਿ ਸਰਕਾਰਾਂ ਦਾ ਹੀ ਕੁਝ ਕੀਤਾ ਕਰਾਇਆ, ਸਰਕਾਰੀ ਏਜੰਸੀਆਂ ਦਾ। ਮਿਲੇ ਜੁਲੇ ਸਮੀਕਰਨ ਸੀ ਸਭ। ਸਰਕਾਰ ਵੀ ਪਿੱਛੇ, ਸਰਕਾਰ ਵੀ ਕੁਝ ਨਾ ਕੁਝ ਖੇਲ ਖੇਲਦੀ ਸੀ, ਏਜੰਸੀਆਂ ਵੀ ਖੇਲ ਰਹੀਆਂ ਸੀ। ਔਰ ਦੂਜੇ ਪਾਸੇ ਦਹਿਸ਼ਤ ਇੰਨੀ ਸੀ ਕਿ ਕਿਸੇ ਦੀ ਜ਼ਰੂਰਤ ਨਹੀਂ ਸੀ ਉਸ ਵੇਲੇ ਕਿ ਕਾਰ ਸੇਵਾ ਦੀ ਗੱਡੀ ਜਾ ਰਹੀ ਤੇ ਹੱਥ ਦੇ ਕੇ ਉਹਦੀ ਤਲਾਸ਼ੀ ਲਈ ਜਾ ਸਕੇ। ਉਹਦੇ ਲਈ ਵੀ ਕਈ ਝਗੜੇ ਔਰ ਝਪਟਾਂ ਦੀਆਂ ਖਬਰਾਂ ਵਾ। ਅਗਰ ਪੁਲਿਸ ਨੇ ਕਿਸੇ ਗੱਡੀ ਨੂੰ ਹੱਥ ਦਿੱਤਾ ਤੇ ਉੱਥੇ ਝਗੜਾ ਹੋਇਆ, ਵੱਡੇ ਵੱਡੇ ਪੁਲਿਸ ਦੇ ਅਫਸਰ ਮਾਰੇ ਗਏ। ਸੋ ਐਸਾ ਨਹੀਂ ਹੈ, ਯੋਗਦਾਨ ਸਭ ਦਾ ਬਰਾਬਰ ਹੀ ਰਿਹਾ। ਕਦੀ ਵੀ ਕੋਈ ਇੱਕ ਐਸਾ ਕਦੀ ਵੀ ਨਹੀਂ ਹੋ ਸਕਦਾ ਕਿ ਕੋਈ ਐਡੀ ਵੱਡੀ ਜਿਹੜੀ ਖੇਲ ਖੇਡੀ ਜਾ ਰਹੀ ਹੈ ਉਹ ਇੱਕੋ ਹੀ ਧਿਰ ਪੂਰਾ ਪਲਾਨ ਕਰਦੀ ਹੈ ਔਰ 100% ਉਹਦੇ ਹਿਸਾਬ ਨਾਲ ਹੀ ਹੁੰਦਾ ਰਹਿੰਦਾ। ਇੱਦਾਂ ਨਹੀਂ ਹੁੰਦਾ। ਅੱਛਾ, ਇੱਕ ਚੀਜ਼ ਅਰਜੁਨ ਜੀ ਤੁਹਾਡੇ ਕੋਲ ਜਾਣਨਾ ਚਾਹਾਂਗੇ, ਇਹ ਜਿਹੜਾ 84 ਬਲੂ ਸਟਾਰ ਹੁੰਦਾ ਆ, ਇਸ ਤੋਂ ਬਾਅਦ ਇੱਕ ਦੌਰ ਚੱਲਦਾ ਆ ਹੱਤਿਆਵਾਂ ਦਾ, ਜਿਹੜਾ ਕਿ ਅੱਜ ਜਦੋਂ ਆਪਾਂ ਗਿਣਤੀ ਕਰਦੇ ਹਾਂ ਕਹਿੰਦੇ ਜੀ ਇੰਨੇ ਸਿੱਖ ਮਾਰੇ ਗਏ, 25,000 ਦੇ ਕਰੀਬ ਸਿੱਖ ਮਾਰੇ ਗਏ। ਕੁਛ ਤੇ ਰਾਏ ਕਹਿੰਦੀਆਂ ਕਿ ਹਜ਼ਾਰਾਂ ਜਿਹੜੇ 35-40,000 ਹਿੰਦੂ ਵੀ ਮਾਰੇ ਗਏ। ਕੁਛ ਇਸ ਤਰੀਕੇ ਨਾਲ ਮਤਲਬ ਪੰਜਾਬੀਆਂ ਨੂੰ ਦੋ ਵੱਖ-ਵੱਖ ਵਰਗਾਂ 'ਚ ਵੰਡ ਕੇ ਦੇਖਿਆ ਜਾਂਦਾ। ਅੱਛਾ, ਇਹ ਦੱਸੋ ਵੀ ਉਹਦੇ 'ਚ ਜਿਹੜੀ 84 ਤੋਂ ਪਹਿਲਾਂ ਜਿਹੜੀਆਂ ਹੱਤਿਆਵਾਂ ਹੋਈਆਂ, ਚਾਹੇ ਕਿਸੇ ਦੀਆਂ ਹੋਈਆਂ, ਉਹ ਜਿਹੜੇ ਬਾਅਦ ਵਿੱਚ ਹੋਈਆਂ ਹੱਤਿਆਵਾਂ ਉਹਦੇ ਨਾਲ ਵੱਧ ਸੀ, ਘੱਟ ਸੀ, ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ? ਤੁਸੀਂ ਇੱਕ ਸੈਗਮੈਂਟ ਭੁੱਲ ਗਏ ਕਿ ਜਦੋਂ ਬਲੂ ਸਟਾਰ ਹੋਇਆ ਉਸ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ ਔਰ ਬਹੁਤ ਸਾਰੀ ਸੰਗਤ ਅੰਦਰ ਸੀ। ਔਰ ਸੰਗਤ ਬਾਹਰ ਕਿਉਂ ਨਹੀਂ ਆਉਣ ਦਿੱਤੀ ਗਈ? ਕਿ ਇਕੱਲਾ ਸਰਕਾਰ ਤੇ ਦੋਸ਼ ਲਾਤਾ ਜਾਏਗਾ? ਕੋਈ ਸੰਗਤ ਦੇ ਵਿੱਚ ਵੀ ਐਸੇ ਜਨੂਨੀ ਲੋਕ ਹੋਣਗੇ ਜਿਹੜੇ ਕਹਿੰਗੇ ਨਹੀਂ, ਸਾਡੇ ਗੁਰੂਸਤਾਨ ਦੇ ਅਟੈਕ ਹੋ ਰਿਹਾ, ਅਸੀਂ ਅੰਦਰ ਰਵਾਂਗੇ। ਕੁਝ ਅੰਦਰ ਬੈਠੇ ਜਿਹੜੇ ਬੰਦੂਕਾਂ ਵਾਲੇ ਹੈ ਉਹ ਵੀ ਸੋਚਦੇ ਹੋਣਗੇ ਕਿ ਜਿੰਨੀ ਪਬਲਿਕ ਅੰਦਰ ਰਹੇਗੀ ਉਹਨਾਂ ਆਰਮੀ ਜਿਹੜੀ ਹੈ ਉਹ ਡਰੇਗੀ ਅੰਦਰ ਆਉਣ ਤੋਂ, ਇਸ ਕਰਕੇ ਇਹਨਾਂ ਨੂੰ ਗਨ ਪੁਆਇੰਟ 'ਤੇ ਜਾਂ ਜ਼ਬਰਦਸਤੀ ਅੰਦਰ ਬਿਠਾਇਆ ਜਾ ਸਕੇ। ਠੀਕ ਹੈ, ਸਰਕਾਰ ਵੱਲੋਂ ਜਿਹੜਾ ਜ਼ੋਰ ਦਿੱਤਾ ਗਿਆ ਉਸ ਟਾਈਮ 'ਤੇ ਜਿਹੜੀਆਂ ਅਸੀਂ ਚੀਜ਼ਾਂ ਦਰਿਆਫਤ ਕੀਤੀਆਂ, ਪੜ੍ਹਿਆ ਲਿਖਿਆ ਸਾਰਾ ਕੁਝ ਕੀਤਾ ਹੈ। ਜਿਹੜਾ ਲਾਊਡ ਸਪੀਕਰ ਦਰਬਾਰ ਸਾਹਿਬ ਦੇ ਬਾਹਰ ਬੋਲ ਰਿਹਾ ਸੀਗਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਕਿ ਸੰਗਤਾਂ ਨੂੰ ਟਾਈਮ ਦਿੱਤਾ ਜਾ ਰਿਹਾ, ਬੱਸਾਂ ਲਗਾਤੀਆਂ ਗਈਆਂ, ਆ ਜਾਓ ਬਾਹਰ ਨਿਕਲ ਆਓ, ਉਹ ਸਪੀਕਰ ਦੀ ਆਵਾਜ਼ ਅੰਦਰ ਪਹੁੰਚਦੀ ਨਹੀਂ ਸੀ। ਉਹ ਕਮਿਊਨੀਕੇਸ਼ਨ ਗੈਪ ਸੀ। ਸਰਕਾਰ ਨੇ ਆਪਣਾ ਜ਼ੋਰ ਲਗਾਇਆ, ਲੇਕਿਨ ਉਸ ਵੇਲੇ ਦੇ ਜਿਹੜੇ ਲੀਡਰ ਸੀ, ਜਿਹੜੇ ਅੰਦਰ ਬੈਠੇ ਸੀ, ਉਹਨਾਂ ਨੇ ਇਸ ਮਾਮਲੇ 'ਚ ਕੋਈ ਪਹਿਲ ਕਦਮੀ ਨਹੀਂ ਦਿਖਾਈ। ਜਿਹੜੇ ਗੱਲ 'ਤੇ ਫੋਨ ਕਰਦੇ ਸੀ, ਇੰਦਰਾ ਗਾਂਧੀ ਨੂੰ ਗੱਲ ਕਰ ਲੈਂਦੇ ਸੀ ਕਿ ਉਹ ਉਸ ਵੇਲੇ ਦੀ ਸਰਕਾਰ ਨਾਲ ਗੱਲ ਨਹੀਂ ਸੀ ਕਰ ਸਕਦੇ ਕਿ ਭਾਈ ਅੰਦਰ ਸੰਗਤ ਬਹੁਤ ਹੈ, ਪਹਿਲਾਂ ਸੰਗਤ ਨੂੰ ਬਾਹਰ ਕੱਢੋ। ਅੱਛਾ, ਇੱਕ ਹੋਰ ਸਮੱਸਿਆ ਸੀ ਕਿ ਅੱਜ ਸੰਗਤ ਨੂੰ ਬਾਹਰ ਕੱਢਣ ਲੱਗੇ ਆ ਤੇ ਉਹਨਾਂ ਦੀ ਭੇਸ ਵਿੱਚ ਅੱਤਵਾਦੀਵਾਦ ਨਾ ਨਿਕਲ ਜਾਣ। ਇਹ ਵੀ ਇੱਕ ਬੜੀ ਵੱਡੀ ਸਮੱਸਿਆ ਸੀ। ਕਨਫਿਊਜ਼ਨ ਜਿਹੜੀ ਹੁੰਦੀ ਹੈ ਉਹ ਉਸ ਵੇਲੇ ਚਰਮ ਸੀਮਾ 'ਤੇ ਸੀ। ਦੇਖੋ ਜੀ, ਦੇਖੋ, ਇੱਕ ਪੁਲਿਸ ਹੁੰਦੀ ਹੈ, ਇੱਕ ਪੈਰਾਮਿਲਟਰੀ ਫੋਰਸ ਹੁੰਦੀ ਹੈ, ਇੱਕ ਆਰਮੀ ਹੈ। ਆਰਮੀ ਦੀ ਟ੍ਰੇਨਿੰਗ ਪੁਲਿਸ ਵਰਗੀ ਨਹੀਂ ਹੈ। ਪੁਲਿਸ ਲੋਕਲ ਹੈ, ਪੁਲਿਸ ਨੂੰ ਸਥਾਨੀ ਸਮੀਕਰਨਾਂ ਦਾ ਪਤਾ ਹੁੰਦਾ ਹੈ, ਪੁਲਿਸ ਨੂੰ ਸਾਰਾ ਕੁਝ ਪਤਾ ਹੁੰਦਾ ਕਿ ਕੀ ਕਰਨਾ ਚਾਹੀਦਾ। ਕਈ ਵਾਰੀ ਉਹ ਬੜੇ ਵੱਡੇ ਮਸਲੇ ਜਿਹੜੇ ਆ ਉਹ ਨਿੱਕੀ ਜਿਹੀ ਚੀਜ਼ ਨਾਲ ਸੁਲਝਾ ਲੈਂਦੇ ਆ। ਅੱਛਾ, ਤੁਸੀਂ ਹੁਣ ਅੰਦਰਲੀ ਗੱਲ ਕੀਤੀ ਆ, ਬਹੁਤ ਅੱਛਾ ਤੁਸੀਂ ਉਹ ਜਿਹੜਾ ਸੈਗਮੈਂਟ ਇੱਕ ਰਹਿੰਦਾ ਸੀ ਤੁਸੀਂ ਉਹਨੂੰ ਵੀ ਛੂਹਿਆ। ਔਰ ਇਹ 'ਤੇ ਜਾਣਨਾ ਚਾਹੁੰਦੇ ਆ ਕਿ ਜਿਹੜੀ ਫੌਜ ਆਈ ਸੀ, ਅਕਸਰ ਇਲਜ਼ਾਮ ਇਹ ਲੱਗਦੇ ਨੇ ਕਿ ਫੌਜ ਜਿਹੜੀ ਆ ਬਹੁਤ ਜ਼ਿਆਦਾ ਨਫ਼ਰਤ ਨਾਲ ਭਰੀ ਹੋਈ ਸੀ, ਜਿਹਦੇ ਵਿੱਚ ਕਹਿੰਦੇ ਵੀ ਉੱਥੇ ਤੋਸ਼ਾਖਾਨੇ, ਉੱਥੋਂ ਜਿਹੜੀ ਲਾਇਬ੍ਰੇਰੀਆਂ, ਹੋਰ ਸਾਰਾ ਚੀਜ਼ਾਂ ਸਾੜੀਆਂ ਗਈਆਂ, ਉਹ ਚੀਜ਼ਾਂ ਦੀ ਬੇਅਦਬੀ ਕੀਤੀ ਗਈ। ਕਈ ਚੀਜ਼ਾਂ ਹੁਣ ਤੱਕ ਵੀ ਨਹੀਂ ਪਤਾ ਕਿ ਉਹ ਕਿੱਥੇ ਗਏ, ਜਿਹੜੇ ਅਨਮੋਲ ਵਿਰਾਸਤ ਸੀ। ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਆ? ਦੇਖੋ, ਜਨਰਲ ਬਰਾੜ ਕਮਾਂਡ ਕਰਦੇ ਪਏ ਸੀ। ਉਹ ਕੌਣ ਸੀਗੇ? ਨੌਨ ਸਿੱਖ ਸੀਗੇ? ਸਿੱਖ ਸੀ ਉਹ। ਕਈ ਅਫਸਰ ਸੀ ਜਿਹੜੇ ਬੜੇ ਵੱਡੇ ਸਿੱਖ ਆਫੀਸਰ ਸੀ ਜਿਹੜੇ ਇਸ ਆਪਰੇਸ਼ਨ ਨੂੰ ਕਮਾਂਡ ਕਰ ਰਹੇ ਸੀ। ਨਫ਼ਰਤ ਨਾਲ ਭਰੇ ਹੋਣ ਦੀ ਗੱਲ ਜਿਹੜੀ ਹੈ ਉਹ ਕਹਿਣ ਵਾਲੇ ਕਹਿ ਸਕਦੇ ਆ, ਨਾ ਤਾਂ ਉਹਨਾਂ ਨੇ ਕੋਈ ਦੇਖਿਆ ਹੋਏਗਾ ਉਸ ਵੇਲੇ। ਨਫ਼ਰਤ ਨੂੰ ਨਾਪਣ ਦਾ ਪੈਮਾਨਾ ਵੀ ਤਾਂ ਕੋਈ ਹੋਣਾ ਚਾਹੀਦਾ ਨਾ, ਤਾਂ ਨਾ ਹੀ ਮੈਂ ਦੇਖਿਆ ਕੋਈ ਇੱਦਾਂ ਦਾ। ਇਸ ਕਰਕੇ ਗੱਲਾਂ ਕਰਨ ਨੂੰ ਤਾਂ ਅਸੀਂ ਜਿੰਨੀਆਂ ਮਰਜ਼ੀ ਕਰ ਲਈਏ, ਲੇਕਿਨ ਸਾਨੂੰ ਫੈਕਟਸ ਦੇ ਆਸ-ਪਾਸ ਰਹਿਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਸਹੀ ਮੈਸੇਜ ਦੇ ਸਕੀਏ। ਅਸੀਂ ਆਉਣ ਵਾਲੇ ਬੱਚਿਆਂ ਨੂੰ ਗੁੰਮਰਾਹ ਕਰਕੇ ਗਰਮ ਨਹੀਂ ਕਰਨਾ ਹੈਗਾ। ਅਸੀਂ ਆਉਣ ਵਾਲੇ ਬੱਚਿਆਂ ਨੂੰ ਅਗਰ ਕੋਈ ਫੈਕਟਸ ਐਸੇ ਹੈਗੇ ਹੈ ਜਿਹੜੇ ਦੱਸੇ ਜਾਣੇ ਚਾਹੀਦੇ ਤਾਂ ਉਹ ਦੱਸੀਏ, ਪਲੱਸ ਅਸੀਂ ਉਹਨਾਂ ਨੂੰ ਅਵੇਅਰ ਕਰੀਏ ਕਿ ਇੱਦਾਂ ਦੇ ਜਿਹੜੇ ਹਾਲਾਤ ਹੈ। ਤੁਸੀਂ ਦੇਖੋ, ਇੱਦਾਂ ਹੈ
ਕਿ ਕੋਈ ਵੀ ਮੁਲਕ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹਦੀ ਸੋਵਰੈਨਿਟੀ ਨੂੰ ਕੋਈ ਚੈਲੰਜ ਕਰੇ, ਉਹਦੀ ਆਜ਼ਾਦੀ ਨੂੰ ਕੋਈ ਚੈਲੰਜ ਕਰੇ। ਠੀਕ ਹੈ ਜੀ, ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਜਾਂਦੇ ਹੋ, ਤੁਸੀਂ ਉੱਥੇ ਦੇ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਰਹਿੰਦੇ ਹੋ ਤੇ ਉਹ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ। ਤੁਸੀਂ ਮਾੜਾ ਕਾਇਦਾ ਕਾਨੂੰਨ ਤੋੜ ਕੇ ਦਿਖਾਓ, ਅਗਲੇ ਤੁਹਾਡੇ ਫਾਈਨ ਕਰਦੇ ਆ, ਤੁਹਾਨੂੰ ਜੇਲ੍ਹ ਕਰਦੇ ਆ। ਕਾਨੂੰਨ ਹੈ ਇੱਥੇ, ਕਾਨੂੰਨ ਦਾ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ ਰਹਿ ਗਈ। ਜਿਹੜਾ ਜਿਹਨੂੰ ਮਰਜ਼ੀ ਗੋਲੀ ਮਾਰ ਦਿੰਦਾ ਸੀ, ਕਹਿੰਦਾ ਸੀ ਅਸੀਂ ਫਲਾਣੀ ਜਗ੍ਹਾ ਤੋਂ ਆਏ, ਚਿੱਠੀ ਛੱਡ ਜਾਂਦੇ ਸੀਗੇ, ਲੁੱਟ ਕੇ ਲੈ ਜਾਂਦੇ ਸੀਗੇ। ਇੰਨਾ ਕੁਝ ਚੱਲਿਆ ਇੱਥੇ। ਕਾਨੂੰਨ ਦਾ ਕੋਈ ਰਾਜ ਥੋੜ੍ਹਾ ਸੀ। ਜਿਹਦੀ ਲਾਠੀ ਸੀ ਉਹੀ ਭੈਂਸ ਲੈ ਜਾਂਦਾ ਸੀ। ਤੋ ਅੱਜ ਦੀ ਗੱਲਬਾਤ ਜੀ, ਹਲੇ ਸਾਡਾ ਵਿਸ਼ਾ ਇਹ ਲੱਗਦਾ ਲੰਬਾ ਚੱਲੇਗਾ ਅਤੇ ਅਸੀਂ ਜਿਹੜਾ ਬਲੂ ਸਟਾਰ ਆਪਰੇਸ਼ਨ ਦੇ ਕੀ ਇਫੈਕਟ ਰਹੇ ਨੇ ਬਾਅਦ ਸਾਡੇ ਸਮਾਜ ਦੇ ਉੱਤੇ, ਉਹਦੇ ਉੱਤੇ ਆਪਾਂ ਅਗਲੀ ਕੜੀ 'ਚ ਚਰਚਾ ਕਰਾਂਗੇ। ਤੋ ਅੱਜ ਤੱਕ ਦੀ ਜਿਹੜੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।